गवर्नर ने जो इस वे पंजाब के मुख्य मंत्री को शामी पत्र लिखा है, जिस तरह मैं कहा कि हलचल मच गई है राजसी हल्कों के अंदर। जो गवर्नर साहब की चिट्ठी देखो ਉਹਦੇ ਚ ਉਹਨਾਂ ਨੇ ਲਿਖਿਆ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਸੀਗਾ ਉਹ ਸੰਵਿਧਾਨ ਨੂੰ ਸੁਪਰੀਮ ਕੋਰਟ ਨੇ ਬਾਰ-ਬਾਰ ਅਪੈਲਡ ਕੀਤਾ। ਉਹਦਾ ਮਤਲਬ ਕੀ ਹੈ ਕਿ ਜੋ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀਗਾ ਸੁਪਰੀਮ ਕੋਰਟ ਨੇ ਉੱਤੇ ਮੋਹਰ ਲਾਈ ਆ। ਕੋਈ ਐਸਾ ਵਰਗ ਨਹੀਂ ਹੈਗਾ ਜਿੱਥੇ ਅੱਜ ਪੰਜਾਬ ਸਰਕਾਰ ਜਿਹੜਾ ਹੈਗਾ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ। ਚਾਹੇ ਅਸੀਂ ਮੰਤਰੀ ਸਾਹਿਬ ਤੇ ਲੱਗੇ ਐਲੀਗੇਸ਼ਨਸ ਦੀ ਗੱਲ ਕੀਤੀ ਜਾਏ, ਜਿੱਥੇ ਰਾਜਪਾਲ ਸਾਹਿਬ ਨੇ ਇਹਨਾਂ ਨੇ ਖਾਸ ਤੌਰ ਤੇ ਇੰਸਟਰਕਸ਼ਨਸ ਦਿੱਤੀਆਂ ਸੀਗੀਆਂ। हिंदुस्तान का कोई संविधान नहीं की संविधान है कि जिधर 200 बंदे हो जाते हैं शाम को संविधान बदल देंगे ने। 70 बार कांग्रेस ने संविधान बदलिया, हुण ये बदली जाते हैं। ये 92 MLA ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ, ਇਸ ਕਰਕੇ ਪੰਜਾਬ ਦੇ ਲੋਕਾਂ ਦੇ ਖਿਲਾਫ ਫਤਵਾ ਹੋਏਗਾ ਗਵਰਨਰ ਦਾ। ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨਸ ਲੈ ਲਓ ਪੰਜਾਬ ਦੀ, ਪਹਿਲਾਂ ਹੀ ਪੰਜਾਬ ਕਾਫੀ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ। ਪੰਜਾਬ ਇੱਕ ਸੈਂਸਿਟਿਵ ਸਟੇਟ ਹੈਗਾ ਵਾ, ਇੱਥੇ ਪਹਿਲਾਂ ਵੀ ਤਕਰੀਬਨ 8 ਤੋਂ 10 ਦਫਾ ਰਾਸ਼ਟਰਪਤੀ ਰਾਜ ਜਾਂ ਗਵਰਨਰ ਰਾਜ ਲੱਗ ਚੁੱਕਿਆ ਵਾ। ਇੱਥੇ ਕ੍ਰਾਈਸਿਸ ਗਵਰਨਰ ਸਾਹਿਬ ਕਰਕੇ ਨਹੀਂ ਖੜਾ ਹੋ ਰਿਹਾ, ਸਾਰੇ ਵੀ ਇੱਕ ਸੁਰ ਚ ਰਾਏ ਆ ਕਿ ਕ੍ਰਾਈਸਿਸ ਇਸ ਕਰਕੇ ਖੜਾ ਹੋ ਰਿਹਾ ਕਿ ਗਵਰਨਰ ਸਾਹਿਬ ਜਿਹਨੂੰ ਜਾਣਕਾਰੀ ਮੰਗੀ ਜਾਂਦੀ ਆ, ਜਿਹਨੂੰ ਉਹ ਦੇਣ ਲਈ ਜ਼ਰੂਰੀ ਆ ਉਹਨਾਂ ਲਈ, ਉਹ ਜਿਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਆਪਣੇ ਫੈਸਲੇ 'ਚ ਫਰਵਰੀ ਦੇ, ਉਹ ਨਹੀਂ ਦੇ ਰਹੇ। ਜਿਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਨੁਕਸਾਨ ਦਾ ਅਸੈਸਮੈਂਟ ਹੀ ਨਾ ਕਰਾ ਸਕੋ, ਔਰ ਸੈਂਟਰ ਸਰਕਾਰ ਨੂੰ ਵੀ ਤਾਂ ਪ੍ਰੋਟੋਕੋਲ ਫਾਲੋ ਤੇ ਕਰਨਾ ਹੀ ਪੈਣਾ। ਤੇ ਜਿੱਦੋਂ ਤੱਕ ਗੱਲ ਹੈਗੀ ਆ ਪੋਲਿਟਿਕਸ ਦੀ, ਪੋਲੀਟੀਕਲ ਦੀ, ਸਿੰਘ ਸਾਹਿਬ ਆਪਾਂ ਦੇਖਿਆ ਵਾ ਵੈਸਟ ਬੰਗਾਲ ਦੇ ਵਿੱਚ ਇਦੋਂ ਵੀ ਵੱਧ ਤੋਂ ਬੱਤਰ ਹਾਲਾਤ ਰਹੇ ਆ, ਤੇ ਉਸ ਰਾਜਪਾਲ ਨੂੰ ਬੀਜੇਪੀ ਸਰਕਾਰ ਨੇ ਉੱਚ ਅਹੁਦਾ ਦੇ ਕੇ ਨਵਾਜਿਆ। ਵੇਟ ਕਰੋ, ਆ ਰਿਹਾ ਜਵਾਬ ਉਹਦਾ ਵੀ ਜਵਾਬ ਨਹੀਂ। ਇੱਕ ਮਿੰਟ, ਹਜ਼ਾਰਾਂ ਬੰਦੇ ਦਰਬਾਰ ਸਾਹਿਬ ਦੇ ਨਹੀਂ ਤੁਸੀਂ ਕਿੰਨੀ ਦੇਰ ਦਿੱਲੀ ਦੇ ਬਾਜ਼ਾਰਾਂ ਵਿੱਚ ਸਿੱਖ ਮਾਰਤੇ ਹਲੇ ਨਹੀਂ, ਉਹਦੇ ਨਾਲ ਸਾਡੇ नज़रिया की डिबेट जगतार सिंह सिद्धू वालों दर्शकों को सत श्री अकाल। पंजाब च हड़ की तरह अचानक ही अज शामी राजसी भुचाल जिहा एक तरीके नाल पंजाब की राजधानी की आपां गल करिए चंडीगढ़ दे विच आ गया है। एक लाइन की गल पंजाब के राजपाल वालों मुख मंत्री भगवंत मान नूं पत्र लिख के गल स्पष्ट तौर पर कही गई है कि मैं लगातार पिछले समय तो उन्हें तरीका भी दित्तियां, पत्र लिखता आ रहा, तुसीं किसी भी पत्र का जवाब नहीं दिता। संविधानिक तौर पर जो मेरा पूरा अधिकार है जानकारी लैन का, गवर्नर ने कहा कि मन्निया जाए कि पंजाब के अंदर जी है संविधानिक मशीनरी है फेल हो गई है। फिर भी उन्होंने कहा है आखिर च अपन लाइनों के कि इस तो पहला कि मैं अपना फाइनल डिसीजन लवां, राष्ट्रपति नूं रिपोर्ट भेजा, जो मैं सवाल मंगे आ उन्हों का जवाब आना चाहिए। बहुत ही पंजाब के अंदर एक तनाव वाली स्थिति गवर्नर ते मुख मंत्री के विचकार, दोने संविधानिक अहुदे ते रुतबे। इन्हां मुद्दों ते मैं कोई होर गल करां, अपने मेहमानों की जान पछाण कराउणा है। साडे नाल भारतीय जनता पार्टी के कद्दावर बुलारे ने लोकेश नारंग जी, कांग्रेस पार्टी के जाने पहचाने चेहरे टीना चौधरी जी, इस तरीके नाल पंथिक हलकों च अपनी एक वक्री पहचान रखने वाले जथेदार करनैल सिंह पंजौली, राजसी विश्लेषक तौर पर अपनी पहचान बनाने वाले डॉक्टर बूटा सिंह बरागी, सारे मेहमानों मैं तह दिल तो जी आखदा वैलकम करदा। नारंग जी, जो मुद्दा इस वे बनया हुआ, पहला सवाल बनता भी बिल्कुल तुहाडे कोलों ही है। गवर्नर ने जो इस वे पंजाब के मुख्य मंत्री को शामी पत्र लिखा है, जिस तरह मैं कहा कि हलचल मच गई है राजसी हल्कों के अंदर। मैं अपने दर्शकों लिए जानना चाहांगा कि इस परिस्थिति को किवें देखते हो नारंग साहब तुसीं? हो गई है, ये बहुत ही निराशाजनक है और ਇਹਦਾ ਸਿੱਧੇ ਤੌਰ ਤੇ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਸਰਕਾਰ ਜ਼ਿੰਮੇਵਾਰ ਹੈ। ਤੁਸੀਂ ਜੇ ਗਵਰਨਰ ਸਾਹਿਬ ਦੀ ਚਿੱਠੀ ਦੇਖੋ, ਉਹਦੇ 'ਚ ਉਹਨਾਂ ਨੇ ਲਿਖਿਆ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਸੀਗਾ ਉਹ ਸੰਵਿਧਾਨ ਨੂੰ ਸੁਪਰੀਮ ਕੋਰਟ ਨੇ ਬਾਰ-ਬਾਰ ਅਪੈਲਡ ਕੀਤਾ। ਉਹਦਾ ਮਤਲਬ ਕੀ ਹੈ ਕਿ ਜੋ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀਗਾ ਸੁਪਰੀਮ ਕੋਰਟ ਨੇ ਉੱਤੇ ਮੋਹਰ ਲਾਈ ਆ ਔਰ ਬਾਰ-ਬਾਰ ਵੱਖਰੇ ਫੈਸਲਿਆਂ 'ਚ ਮੁੱਖ ਮੰਤਰੀ ਦੇ ਜਿਹੜੇ ਅਧਿਕਾਰ ਆ ਉਹ ਵਰਣਨ ਕੀਤੇ ਆ, ਮੁੱਖ ਮੰਤਰੀ ਦੇ ਜਿਹੜੇ ਕਰਤੱਵ ਆ ਉਹ ਲਿਖੇ ਆ, ਤੇ ਇਹਦੇ ਗਵਰਨਰ ਦੇ ਜਿਹੜੇ
ਹੱਕ ਵਾ ਉਹ ਵੀ ਲਿਖੇ ਹੋਏ ਤੇ ਜਿਹੜੀ ਗਵਰਨਰ ਦੀ ਡਿਊਟੀਜ਼ ਆ ਉਹ ਵੀ ਲਿਖੀਆਂ ਹੋਈਆਂ। ਜੀ ਔਰ ਗਵਰਨਰ ਸਾਹਿਬ ਨੇ ਆਪਣੀ ਚਿੱਠੀ 'ਚ ਗੱਲ ਲਿਖੀ ਆ ਕਿ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਸੀ, ਜਿਹਦੀ ਸਹੁੰ ਚੱਕ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ, ਤੁਸੀਂ ਇਸ ਸੰਵਿਧਾਨ ਦੀ ਬਿਲਕੁਲ ਵੀ ਪਾਲਣਾ ਨਹੀਂ ਕਰ ਰਹੇ। ਉਹਦੇ 'ਚ ਉਹਨਾਂ ਨੇ ਹਵਾਲਾ ਵੀ ਦਿੱਤਾ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵਾ, ਪੰਜਾਬ ਦੀ ਜਨਤਾ ਨੂੰ ਵੀ ਪਤਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਇਹ ਟਸਲ ਉੱਠੀ ਸੀ ਤੇ ਚੀਫ ਮਿਨਿਸਟਰ ਸਾਹਿਬ ਸੁਪਰੀਮ ਕੋਰਟ ਦੇ ਵਿੱਚ ਗਏ ਸੀ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜੀ ਸਰਕਾਰ ਦੇ ਜਿੰਨੇ ਵੀ ਕੰਮ ਆ, ਕਿਉਂਕਿ ਉਹ ਗਵਰਨਰ ਦੇ ਨਾਮ ਨਾਲ ਹੁੰਦੇ ਆ, ਤੇ ਮੁੱਖ ਮੰਤਰੀ ਲਈ ਜ਼ਰੂਰੀ ਆ ਕਿ ਗਵਰਨਰ ਜਿਹੜੀ ਜਾਣਕਾਰੀ ਮੰਗੇ ਉਹਨੂੰ ਜਿਹੜਾ ਹੈਗਾ ਵਾ ਉਹਨੂੰ ਮੁੱਖ ਮੰਤਰੀ ਨੂੰ ਉਹਨੂੰ ਦੇਣੀ ਪਊਗੀ। ਦੂਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਜਿਹੜਾ ਟਵੀਟ ਆ ਜਾਂ ਸੋਸ਼ਲ ਮੀਡੀਆ ਤੇ ਕਮੈਂਟ ਆ, ਉਹਨਾਂ ਨੇ ਕਿਹਾ ਸੀ ਇਹ ਜਿਹੜਾ ਮੁੱਖ ਮੰਤਰੀ ਦਾ ਵਤੀਰਾ ਇਹ ਅੱਛਾ ਨਹੀਂ ਮੰਨਿਆ ਜਾਂਦਾ, ਕਿਉਂਕਿ ਜਿਹੜਾ ਸੰਵਿਧਾਨਿਕ ਪੋਸਟ ਤੇ ਬੈਠਾ ਹੋਇਆ ਬੰਦਾ ਹੁੰਦਾ ਉਹ ਟਵੀਟ ਨਹੀਂ ਕਰਦਾ ਹੁੰਦਾ, ਉਹਨੂੰ ਚਿੱਠੀ ਦਾ ਜਵਾਬ ਦੇਣਾ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਗਵਰਨਰ ਸਾਹਿਬ ਵੀ ਜਿਹੜਾ ਵਾ ਸੰਵਿਧਾਨ ਦੀ ਪਾਲਣਾ ਕਰਨਗੇ, ਤੇ ਇਹੀ ਮੁੱਖ ਮੰਤਰੀ ਸਾਹਿਬ ਤੇ ਵੀ ਲਾਗੂ ਹੋਇਆ ਸੀ। ਜੀ ਹੁਣ ਉਸ ਤੋਂ ਬਾਅਦ ਦੇਖਣ ਦੇ ਵਿੱਚ ਕੀ ਆਇਆ ਕਿ ਫਰਵਰੀ 2023 ਤੋਂ ਬਾਅਦ ਕਿ ਗਵਰਨਰ ਸਾਹਿਬ ਤਾਂ ਆਪਣੀ ਸਾਰੀ ਸੰਵਿਧਾਨਿਕ ਡਿਊਟੀਆਂ ਦਾ ਪਾਲਣ ਕਰ ਰਹੇ ਨੇ, ਪਰ ਮੁੱਖ ਮੰਤਰੀ ਸਾਹਿਬ ਕਿਸੇ ਵੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਸਮਝਣ ਨੂੰ ਤਿਆਰ ਨਹੀਂ ਆ। ਔਰ ਨਾ ਸਿਰਫ ਸਮਝਣ ਨੂੰ ਤਿਆਰ ਹੈ, ਤੇ ਜੇ ਉਹਨਾਂ ਨੂੰ ਕੋਈ ਚੀਜ਼ ਪੁੱਛੀ ਜਾਂਦੀ ਆ ਤਾਂ ਉਹਦੇ 'ਚ ਸ਼ਬਦ ਉਹ ਕਿਹੜੇ ਵਰਤਦੇ ਨੇ, ਵਿਹਲਾ ਬੈਠਾ ਰਾਜ ਭਵਨ ਦੇ ਵਿੱਚ ਐਵੇਂ ਹੀ ਚਿੱਠੀਆਂ ਲਿਖੀ ਜਾਂਦਾ, ਪੰਜਾਬ ਸਰਕਾਰ ਦਾ ਹੈਲੀਕਾਪਟਰ ਉਡਾਈ ਜਾਂਦਾ, ਲਵ ਲੈਟਰ ਲਿਖੀ ਜਾਂਦਾ, ਵਿਹਲਾ ਜਿਹਾ ਹੈਗਾ ਵਾ। ਇਹ ਕੁਝ ਐਸੇ ਸ਼ਬਦ ਨੇ ਸਿੱਧੂ ਸਾਹਿਬ ਕਿ ਜਿਹੜੇ ਸੰਵਿਧਾਨਿਕ ਪਦ ਤੇ ਬੈਠੇ ਬੰਦੇ ਦੇ ਮੂੰਹ 'ਚੋਂ ਸ਼ੋਭਾ ਨਹੀਂ ਦਿੰਦੇ। ਜੀ ਤੇ ਬਾਰ-ਬਾਰ ਦੇਖੋ, ਆਪਾਂ ਜੇ ਇਹਨੂੰ ਛੋਟੇ ਜਿਹੇ ਦੇਖੀਏ ਵੀ ਗੱਲ ਤਾਂ ਵਿੱਚੋਂ ਬੜੀ ਛੋਟੀ ਆ ਕਿ ਜੇ ਸਰਕਾਰ ਦੇ ਕੰਮ ਗਵਰਨਰ ਦੇ ਨਾਮ ਨਾਲ ਹੋ ਰਹੇ ਨੇ, ਤੇ ਜੇ ਗਵਰਨਰ ਉਹਨਾਂ ਦੀ ਜਾਣਕਾਰੀ ਮੰਗ ਰਿਹਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਦੇਣ 'ਚ ਇਤਰਾਜ਼ ਕੀ ਆ। ਹੁਣ ਜੇ ਸੰਵਿਧਾਨ ਦੇ ਕੰਮਾਂ ਦੀ ਉਹ ਜਾਣਕਾਰੀ ਨਹੀਂ ਦੇਣਗੇ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਵੀ ਕੰਮ ਹੋਏ ਨੇ ਗੈਰ ਸੰਵਿਧਾਨਿਕ ਨੇ, ਕਿਉਂਕਿ ਰਾਜਪਾਲ ਨੂੰ ਉਹਦੀ ਜਾਣਕਾਰੀ ਨਹੀਂ ਆ। ਤੇ ਜੇ ਜਾਣਕਾਰੀ ਨਹੀਂ ਆ ਤੇ ਸਰਕਾਰ ਦੇ ਜਿਹੜੇ ਕੰਮ ਗੈਰ ਸੰਵਿਧਾਨਿਕ ਨੇ, ਤਾਂ ਸਟੇਟ ਦੇ ਵਿੱਚ ਆਪਾਂ ਨੂੰ ਮੰਨਣਾ ਪਏਗਾ ਕਿ ਸਟੇਟ 'ਚ ਸੰਵਿਧਾਨਿਕ ਸੰਕਟ ਹੈ। ਸੰਵਿਧਾਨਿਕ ਸੰਕਟ ਦੇ ਵਿੱਚ ਬਿਲਕੁਲ ਜਿਹੜਾ ਨਾਇਕ ਸਾਹਿਬ ਤੁਸੀਂ ਇਸ ਮੁੱਦੇ ਤੇ ਆਪਣੀ ਗੱਲ ਜ਼ਰੂਰ ਮੁਕੰਮਲ ਕਰੋ। ਸੰਵਿਧਾਨਕ ਸੰਕਟ ਤਾਂ ਹਾਈ ਹੈ, ਪਰ ਜੋ ਗਵਰਨਰ ਨੇ ਲੈਟਰ ਲਿਖਿਆ ਹੈ ਜਿਸ ਗੱਲ ਦਾ ਸੰਕੇਤ ਦਿੱਤਾ ਗਿਆ, ਇਸ ਤਰ੍ਹਾਂ ਲੱਗਦਾ ਹੈ ਕਿ ਜੇ ਜਵਾਬ ਨਹੀਂ ਆਉਂਦਾ ਤਾਂ ਗਵਰਨਰ ਦਾ ਇਸ ਤਰ੍ਹਾਂ ਮੁੱਖ ਮੰਤਰੀ ਦੇ ਪ੍ਰਤੀ ਜਿਹੜਾ ਹੈਗੇ ਫਾਈਨਲ ਲੈਟਰ ਸਮਝਿਆ ਜਾ ਰਿਹਾ। ਉਸ ਤੋਂ ਬਾਅਦ ਕਹਿੰਦੇ ਕਿ ਮੈਂ ਫਿਰ ਕਾਰਵਾਈ ਕਰਾਂਗਾ। ਸਿੱਧੇ ਤੌਰ ਤੇ ਕਾਰਵਾਈ ਕੀ ਹੋ ਸਕਦੀ ਆਪਾਂ ਸਾਰੇ ਜਾਣਦੇ ਹਾਂ। ਦੇਖੋ, ਉਹਨਾਂ ਨੇ ਕਿਹਾ ਕਿ ਕਾਰਵਾਈ ਨਹੀਂ ਕੋਈ, ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਜੇ ਇਦਾਂ ਹੀ ਸੰਵਿਧਾਨ ਦਾ ਕ੍ਰਾਈਸਿਸ ਰਿਹਾ ਤਾਂ ਬਤੌਰ ਗਵਰਨਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਫੈਸਲਾ ਲੈਣਾ ਪਏਗਾ। ਨਹੀਂ ਸਿੱਧੂ ਸਾਹਿਬ, ਉਹਨਾਂ ਨੇ ਚਿੱਠੀ 'ਚ ਲਿਖਿਆ ਕਿ ਬਤੌਰ ਗਵਰਨਰ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਟੇਟ ਦੇ ਜੋ ਹਾਲਾਤ ਹੈ ਮੈਂ ਰਾਸ਼ਟਰਪਤੀ ਨੂੰ ਉਹ ਤੋਂ ਜਾਣੂ ਕਰਾਵਾਂ। ਇੱਕ ਉਹਨਾਂ ਨੇ ਗੱਲ ਜ਼ਰੂਰ ਕਹੀ ਆ ਕਿ ਤੁਸੀਂ ਜੋ ਸ਼ਬਦਾਵਲੀ ਵਰਤ ਰਹੇ ਹੋ ਉਹ ਸ਼ਬਦਾਵਲੀ ਦੇ ਵਿੱਚ ਤੁਸੀਂ ਮੈਨੂੰ ਜਵਾਬ ਦਿਓ, ਨਹੀਂ ਤਾਂ ਤੁਹਾਡੇ ਖਿਲਾਫ ਜਿਹੜੀ ਕਾਰਵਾਈ ਆ 124 IPC ਦੀ ਬਣਦੀ ਆ, ਪਰਚਾ ਤੁਹਾਡੇ ਖਿਲਾਫ ਦਰਜ ਹੋਣਾ ਬਣਦਾ ਵਾ ਜੇ ਤੁਸੀਂ ਜਵਾਬ ਨਹੀਂ ਦਿਓਗੇ। ਹੁਣ ਦੇਖੋ 124 IPC ਕੀ ਕਹਿੰਦਾ ਵਾ ਕਿ ਜੇ ਤੁਸੀਂ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ, ਕਿਸੇ ਸਟੇਟ ਦੇ ਗਵਰਨਰ ਨੂੰ, ਉਹਨੂੰ ਜਿਹੜਾ ਵਾ ਉਹਦੀ ਲਾਫੁਲ ਪਾਵਰਸ ਨੂੰ ਐਕਸਰਸਾਈਜ਼ ਕਰਨ ਤੋਂ ਰੋਕਦੇ ਹੋ, ਉਹਦੇ ਲਈ ਮੰਦੀ ਸ਼ਬਦਾਵਲੀ ਵਰਤਦੇ ਹੋ, ਤੇ ਐਸੇ ਕੋਈ ਕੰਮ ਕਰਦੇ ਹੋ ਜਿਹਦੇ ਨਾਲ ਗਵਰਨਰ ਸਾਹਿਬ ਆਪਣੇ ਕੰਮ ਰੋਜ਼ਾਨਾ ਜਿਹੜੀ ਸੰਵਿਧਾਨਿਕ ਡਿਊਟੀਆਂ ਨੂੰ ਡਿਸਚਾਰਜ ਨਾ ਕਰ ਸਕਣ ਜੀ, ਤਾਂ ਉਸ ਬੰਦੇ ਦੇ ਖਿਲਾਫ 124 ਦੀ ਪਰਚਾ ਦਰਜ ਹੋ ਸਕਦਾ, ਤੇ ਜਿਹਦੇ ਵਿੱਚ ਜਿਹੜੀ ਸਜ਼ਾ ਵਾ ਉਹ 7 ਸਾਲ ਤੱਕ ਦੀ ਹੋ ਸਕਦੀ ਆ। ਜੀ ਬਿਲਕੁਲ ਨਾਇਕ ਸਾਹਿਬ, ਵੱਡਾ ਸੰਕੇਤ ਹੈ। ਮੈਂ ਫੇਰ ਆਣਾ ਇਸ ਮੁੱਦੇ ਤੇ, ਬਿਲਕੁਲ ਜੇ 7 ਸਾਲ ਦਾ ਸਜ਼ਾ ਦਾ ਪ੍ਰੋਵੀਜ਼ਨ ਹੈ ਉਹਦੇ 'ਚ ਵੱਡੀ ਕਾਰਵਾਈ ਹੋ ਸਕਦੀ ਹੈ, ਇੱਕ ਸੰਕੇਤ ਹੈ। ਆਪਾਂ ਦੇਖਾਂਗੇ ਇਸ ਮੁੱਦੇ ਤੇ ਕੀ ਅੱਗੇ ਜਾ ਕੇ ਭਵਿੱਖ ਦੇ ਵਿੱਚ ਕਿਸ ਪਾਸੇ ਗੱਲ ਤੁਰੇਗੀ। ਸਾਡੇ ਨਾਲ ਕਾਂਗਰਸ ਪਾਰਟੀ ਮੁੱਖ ਵਿਰੋਧੀ ਧਿਰ ਪੰਜਾਬ ਦੀ ਟੀਨਾ ਚੌਧਰੀ ਬਣੇ ਹੋਏ ਹੈ। ਟੀਨਾ ਚੌਧਰੀ, ਜਿੱਦਾਂ ਨਾਰੰਗ ਸਾਹਿਬ ਨੇ ਗੱਲ ਕੀਤੀ ਹੈ ਕਿ ਜੋ ਸਥਿਤੀ ਹੈ ਇਸ ਵੇਲੇ ਗਵਰਨਰ ਦੇ ਪੱਤਰ ਤੋਂ ਜੋ ਚਾਲਕ ਮਿਲਦੀ ਹੈ, ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ, ਪੰਜਾਬ ਦੀ ਨੂੰ? ਦੇਖੋ ਸਰ, ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਹਰ ਵੇਲੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਾਜਪਾਲ ਦੀ ਨਿੰਦਿਆ ਕਰਦੇ ਹੋਏ ਹਮੇਸ਼ਾ ਨਜ਼ਰ ਆਉਂਦੇ ਨੇ, ਸੰਵਿਧਾਨ ਦੀ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਨੇ। ਚਾਹੇ ਅਸੀਂ ਕਿਸੇ ਵੀ ਵਰਗ ਨੂੰ ਦੇਖ ਲਈਏ, ਕੋਈ ਐਸਾ ਵਰਗ ਨਹੀਂ ਹੈਗਾ ਜਿੱਥੇ ਅੱਜ ਪੰਜਾਬ ਸਰਕਾਰ ਜਿਹੜਾ ਹੈਗਾ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ। ਚਾਹੇ ਅਸੀਂ
ਮੰਤਰੀ ਸਾਹਿਬ ਤੇ ਲੱਗੇ ਐਲੀਗੇਸ਼ਨਸ ਦੀ ਗੱਲ ਕੀਤੀ ਜਾਏ, ਜਿੱਥੇ ਰਾਜਪਾਲ ਸਾਹਿਬ ਨੇ ਇਹਨਾਂ ਨੇ ਖਾਸ ਤੌਰ ਤੇ ਇੰਸਟਰਕਸ਼ਨਸ ਦਿੱਤੀਆਂ ਸੀਗੀਆਂ ਕਿ ਲਾਲ ਚੰਦ ਕਟਾਰੂ ਚੱਕ ਦੇ ਉੱਤੇ ਜਲਦ ਤੋਂ ਜਲਦ ਕੋਈ ਡਿਸੀਜਨ ਲਿਆ ਜਾਏ, ਇਹਨੂੰ ਬਰਖਾਸਤ ਕੀਤਾ ਜਾਏ ਕੈਬਨਿਟ ਮੰਤਰੀ ਤੋਂ, ਇਹ ਬੈਠਣ ਦੇ ਲਾਇਕ ਨਹੀਂ ਹੈ, ਉਸ ਨੂੰ ਵੀ ਇਗਨੋਰ ਕੀਤਾ ਗਿਆ ਜਦੋਂ ਤੱਕ ਜਿਹੜੇ ਕਿ ਉਹਨਾਂ ਤੱਕ ਪ੍ਰੂਫ ਤੱਕ ਪਹੁੰਚਾਏ ਗਏ। ਉਸ ਤੋਂ ਬਾਅਦ ਕਈ ਸਾਰੇ ਇੱਥੇ ਇਲੀਗਲ ਮਾਈਨਿੰਗ ਐਕਟੀਵਿਟੀਜ਼ ਹੋਈਆਂ, ਜਿਹਦੇ ਕਰਕੇ ਸੋਇਲ ਦੀਆਂ ਇਲੀਗਲ ਮਾਈਨਿੰਗ ਐਕਟੀਵਿਟੀਜ਼ ਹੋਈਆਂ, ਔਰ ਅੱਜ ਪੰਜਾਬ ਦੇ ਜੋ ਹੜ੍ਹਾਂ ਦੇ ਹਾਲਾਤ ਬਣ ਗਏ, ਦਿਸ ਇਜ਼ ਆਲਸੋ ਵਨ ਆਫ ਦਾ ਰੀਜ਼ਨ, ਜਿੱਥੇ ਮੈਨ ਮੇਡ ਕੈਲੈਮਿਟੀ ਹੋਣ ਕਰਕੇ, ਨੈਚੁਰਲ ਕੈਲੈਮਿਟੀ ਤੇ ਸੀਗੀ, ਜਿੱਥੇ ਮੈਨ ਮੇਡ ਕੈਲੈਮਿਟੀ ਕੀਤੀ ਗਈ ਹੈ, ਉਹਦੇ ਵਿੱਚ ਵੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਕਿ ਜਿੱਥੇ ਅੱਜ ਪੰਜਾਬ ਦੇ ਪਿੰਡਾਂ ਦੇ ਹਾਲਾਤ ਬਣ ਗਏ। ਔਰ ਰਹੀ ਗੱਲ ਸੰਵਿਧਾਨ ਦੀ, ਵੈਸੇ ਤੇ ਇਹ ਕਹਿੰਦੇ ਹੋਏ ਥੱਕਦੇ ਨਹੀਂ ਕਿ ਬਾਬਾ ਸਾਹਿਬ BR ਅੰਬੇਦਕਰ ਦੀਆਂ ਦਿੱਤੀਆਂ ਦੇਣ ਤੇ ਅਸੀਂ ਚੱਲਣਾ ਚਾਹੁੰਦੇ ਹਾਂ। ਵੈਸੇ ਪੰਜਾਬ ਸਰਕਾਰ ਆਲਰੇਡੀ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦੇ ਉੱਤੇ ਵੈਸੇ ਖਿਲਵਾੜ ਕਰ ਚੁੱਕੀ ਹੈ, ਜਿੱਥੇ ਕਈ ਸਾਰੇ ਐਸੇ ਯੂਥ ਨੂੰ ਜਿੱਥੇ ਇਹਨਾਂ ਨੇ 52 ਹਜ਼ਾਰ ਦੇ ਅਵਾਰਡ ਦੇ ਨਾਲ ਨਵਾਜ਼ਣਾ ਸੀਗਾ, ਅੱਜ ਉਹ ਵੀ 23 ਬੱਚੇ ਇਸ ਤਰ੍ਹਾਂ ਦੇ ਉੱਥੇ ਬੈਠੇ ਨੇ ਜਿਨ੍ਹਾਂ ਨਾਲ ਧੱਕਾ ਕੀਤਾ ਗਿਆ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਨੂੰ ਵਰਤੋਂ ਕਰਕੇ ਪੰਜਾਬ ਸਰਕਾਰ ਵੱਲੋਂ, ਉਹ ਵੀ ਵੇਟ ਕਰ ਰਹੇ। ਦੇਖੋ ਉੱਥੇ ਵੀ ਉਲੰਘਣਾ ਕੀਤੀ ਗਈ ਹੈ ਜੀ। ਸਰਕਾਰ ਦੇ ਬਾਰੇ ਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਵਿਰੋਧੀ ਧਿਰ ਵੱਲੋਂ ਉਠਾਉਣੇ ਬਿਲਕੁਲ ਸੁਭਾਵਿਕ ਹੈ, ਪਰ ਆਪਾਂ ਜਿਸ ਮੁੱਦੇ ਦੀ ਗੱਲ ਕਰ ਰਹੇ ਹਾਂ, ਦੇਖੋ ਜੋ ਗਵਰਨਰ ਵੱਲੋਂ ਪੱਤਰ ਲਿਖਿਆ ਗਿਆ, ਕਿ ਲੱਗਦਾ ਨਹੀਂ ਜਿੱਦਾਂ ਸਿੱਧੇ ਤੌਰ ਤੇ ਇੱਕ 92 ਜਿਹੜੇ ਵਿਧਾਇਕਾਂ ਵਾਲੀ ਸਰਕਾਰ ਹੈ, ਔਰ ਜਿੱਦਾਂ ਮੁੱਖ ਮੰਤਰੀ ਬਾਰੇ ਕਿਹਾ ਗਿਆ ਕਿ ਤੁਸੀਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ, ਤੇ ਲੋਕੇਸ਼ ਨਾਰੰਗ ਜੀ ਨੇ ਉਹਦੇ ਬਾਰੇ ਐਕਸਪਲੇਨ ਵੀ ਕੀਤਾ ਕਿ ਪਰਚਾ ਦਰਜ ਹੋ ਸਕਦਾ ਹੈ। ਇਹ ਕਿਹੋ ਜਿਹੀ ਸਥਿਤੀ ਹੈ? ਲੱਗਦਾ ਨਹੀਂ ਕਿ ਫੈਡਰਲ ਢਾਂਚੇ ਦੇ ਸਿੱਧੇ ਤੌਰ ਤੇ ਹਮਲਾ ਹੈ, ਕਿਉਂਕਿ ਦਿੱਲੀ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਹੈ ਇਹਨਾਂ ਮੁੱਦਿਆਂ ਤੇ ਹਮਾਇਤ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ। ਨਹੀਂ ਸਰ, ਫੈਡਰਲ ਢਾਂਚੇ ਤੇ ਧੱਕਾ ਕਿਉਂ ਹੈ? ਇਹਦੇ ਵਿੱਚ ਤੇ ਗਵਰਨਰ ਸਾਹਿਬ ਤੇ ਬਿਲਕੁਲ ਠੀਕ ਗੱਲ ਕਰ ਰਹੇ ਨੇ ਕਿ ਚਿੱਠੀਆਂ ਦਾ ਜਵਾਬ ਦਿਓ, ਚਿੱਠੀਆਂ ਦਾ ਜਵਾਬ ਦੇਣਾ ਤੇ ਬਣਦਾ ਹੀ ਹੈ। ਜਿਸ ਤਰ੍ਹਾਂ ਮੈਂ ਪਹਿਲੇ ਇਸ ਲਈ ਐਗਜ਼ਾਮਪਲ ਦਿੱਤੀਆਂ ਕਿ ਵਾਇਓਲੇਸ਼ਨ ਬਹੁਤ ਜ਼ਿਆਦਾ ਕੀਤੀਆਂ ਜਿਹੜੀ ਕਿ ਗਵਰਨਰ ਸਾਹਿਬ ਤੱਕ ਪਹੁੰਚੀਆਂ, ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਸਵਾਲ ਕੀਤੇ, ਪੰਜਾਬ ਦੇ ਮੁੱਖ ਮੰਤਰੀ ਕੋਲੋਂ ਸਵਾਲ ਕੀਤੇ, ਜੇ ਸਵਾਲ ਦਾ ਜਵਾਬ ਨਹੀਂ ਦੇਣਗੇ ਤੇ ਐਕਸ਼ਨ ਲੈਣਾ ਤੇ ਬਣਦਾ ਹੀ ਹੈ। ਇਹਦਾ ਮਤਲਬ ਇਹ ਥੋੜੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਰਾਜ ਸ਼ਾਸਨ ਚਲਾਈ ਜਾਣ, ਜੋ ਦਿਲ ਕਰੇ ਉਹ ਕਰਨ। ਰਾਜਪਾਲ ਕੋਈ ਸਵਾਲ ਕਰੇ ਸੰਵਿਧਾਨ ਦੇ ਅਕੋਰਡਿੰਗਲੀ ਤੇ ਉਹਨੂੰ ਇਗਨੋਰ ਕਰੋ ਤੁਸੀਂ। ਅਨਪਾਰਲੀਮੈਂਟਰੀ ਜਿਹੜੇ ਵਰਡ ਯੂਜ਼ ਹੋਣੇ ਚਾਹੀਦੇ ਆ, ਜਿਹੜੇ ਅਨਪਾਰਲੀਮੈਂਟਰੀ ਆਊਟ ਆਫ ਦਾ ਵਰਡ ਜਾ ਕੇ ਜਿਹੜੇ ਗੱਲ ਕਰਦੇ ਨੇ ਰਾਜਪਾਲ ਦੇ ਲਈ ਕੁਐਸਚਨ ਰਾਈਜ਼ ਕਰਦੇ ਨੇ, ਇਹ ਸਭ ਤੋਂ ਗਲਤ ਹੈਗਾ। ਡਿਸੀਜਨ ਤਾਂ ਬਿਲਕੁਲ ਠੀਕ ਹੈ, ਇਹ 'ਚ ਤਾਂ ਕੋਈ ਫੈਡਰੇਸ਼ਨ ਦਾ ਉਹ ਨਹੀਂ ਹੈ। ਜੋ ਉਲੰਘਣਾ ਕਰੇਗਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਬਣਦੀ ਹੈ। ਇਸ ਵਿੱਚ ਅਸੀਂ ਵੀ ਇਸ ਚੀਜ਼ ਦੇ ਹੱਕ 'ਚ ਹੈਗੇ। ਜੀ ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਸੀਂ ਬਣੇ ਰਹੋ। ਫਿਰ ਆਪਾਂ ਇਸ ਮੁੱਦੇ ਤੇ ਆਨੇ ਵਾਪਸ ਜਿਹੜਾ ਹੈਗਾ ਪੰਜੋਲੀ ਸਾਹਿਬ, ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ 'ਚ ਤੁਸੀਂ ਲੰਬਾ ਸਮਾਂ ਅਕਾਲੀ ਦਲ ਦੇ ਨਾਲ SGPC ਦੇ ਤੌਰ ਤੇ ਨੁਮਾਇੰਦਗੀ ਕਰਦੇ ਰਹੇ ਹੋ। ਹੁਣ ਜੋ ਸਥਿਤੀ ਇਸ ਵੇਲੇ ਬਣੀ ਆ, ਗਵਰਨਰ ਦਾ ਪੱਤਰ, ਭਾਜਪਾ ਦੀ ਕੀ ਹੈ ਸੋਚ ਹੈ, ਔਰ ਕਾਂਗਰਸ ਪਾਰਟੀ ਉਹ ਕਿਸ ਤਰ੍ਹਾਂ ਇਸ ਮੁੱਦੇ ਨੂੰ ਲੈ ਰਿਹਾ ਹੈ, ਸਾਰਿਆਂ ਦੇ ਉਹਨਾਂ ਦੇ ਵਿਊ ਪੁਆਇੰਟ ਤਾਂ ਤੁਸੀਂ ਸੁਣੇ ਹੀ ਹੈ। ਪਰ ਸਿੱਧੇ ਤੌਰ ਤੇ ਮੁੱਖ ਮੰਤਰੀ ਬਾਰੇ ਗਵਰਨਰ ਨੇ ਕਹਿ ਦਿੱਤਾ ਹੈ ਕਿ ਜੇ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਜਵਾਬਦੇਹੀ ਨਹੀਂ ਕਰੋਗੇ, ਜਵਾਬ ਨਹੀਂ ਦਿਓਗੇ, ਤਾਂ ਰਾਸ਼ਟਰਪਤੀ ਨੂੰ ਤਾਂ ਇਹਨਾਂ ਦੇ ਖਿਲਾਫ ਰਿਪੋਰਟ ਜਾਏਗੀ। ਤੇ ਲੋਕੇਸ਼ ਨਾਰੰਗ ਦਾ ਕਹਿਣਾ ਕਿ ਕਾਰਵਾਈ ਵੀ ਹੋ ਸਕਦੀ ਹੈ ਮੁੱਖ ਮੰਤਰੀ ਦੇ ਖਿਲਾਫ। ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਆ ਵੀ ਮੈਂ ਇਹ ਮਹਿਸੂਸ ਕਰਦਾ ਕਿ ਗਵਰਨਰ ਸਾਹਿਬ ਨੇ ਜੋ ਕੁਝ ਵੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਨੇ, ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹਦਾ ਜਵਾਬ ਦੇਣ ਜੀ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਗਵਰਨਰ ਕੋਈ ਪੰਜਾਬ ਦੇ ਲੋਕਾਂ ਦਾ ਚੁਣਿਆ ਹੋਇਆ ਅਥਾਰਟੀ ਨਹੀਂ ਹੈ। ਇਹ ਪੁਆਇੰਟ ਕੀਤਾ ਹੋਇਆ ਮਤਲਬ ਗਵਰਨਰ ਹੈ ਦਿੱਲੀ ਸਰਕਾਰ ਦਾ। ਅਸੀਂ ਬੜੇ ਲੰਮੇ ਸਮੇਂ ਤੋਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਆ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਨੇ 2 ਵਾਰੀ ਸੰਤਾਪ ਭੋਗਿਆ। ਪਹਿਲਾਂ ਤਾਂ 1980 ਵਿੱਚ ਅਕਾਲੀ ਦਲ ਦੀ ਸਰਕਾਰ ਬਹੁਮਤ ਦੀ ਸੀ, ਉਦੋਂ ਕਾਂਗਰਸ ਨੇ ਬਹੁਸੰਮਤੀ ਕਾਂਗਰਸ ਕੋਲ ਸੀ, ਉਹਨਾਂ ਨੇ ਸੈਂਟਰ 'ਚ ਬੈਠੇ ਸੀ, ਅਕਾਲੀ ਦਲ ਦੀ ਸਰਕਾਰ 1 ਮਿੰਟ ਦੇ ਨੋਟਿਸ ਤੇ ਤੋੜਤੀ। ਫਿਰ ਉਸ ਤੋਂ ਬਾਅਦ ਬਰਨਾਲਾ ਸਾਹਿਬ ਦੀ ਸਰਕਾਰ ਤੋੜੀ। ਅਸੀਂ ਲਗਾਤਾਰ ਇਹ ਕਹਿੰਦੇ ਆ ਰਹੇ ਹਾਂ ਕਿ ਜੇ ਗਵਰਨਰ ਪੁਆਇੰਟ ਕਰਨਾ ਹੈ ਤਾਂ ਗਵਰਨਰ ਦਿੱਲੀ ਸਰਕਾਰ ਪੁਆਇੰਟ ਨਾ ਕਰੇ, ਗਵਰਨਰ ਦੀ ਵੀ ਚੋਣ ਉਸੇ ਤਰ੍ਹਾਂ ਹੋਵੇ ਜਿਵੇਂ MLA ਦੀ ਚੋਣ ਹੁੰਦੀ ਹੈ। ਲੋਕ ਚੁਣਨ ਗਵਰਨਰ ਨੂੰ ਤੇ ਲੋਕ ਵੋਟਾਂ ਪਾਉਣ, ਫਿਰ ਗਵਰਨਰ ਨੂੰ ਅਹਿਸਾਸ ਹੋਵੇ ਕਿ ਸੂਬੇ ਦੇ ਹਿੱਤ ਕੀ ਨੇ, ਸੂਬੇ ਦੀਆਂ ਲੋੜਾਂ ਕੀ ਨੇ, ਸੂਬੇ ਦੀਆਂ ਮੁਸ਼ਕਲਾਂ ਕੀ ਨੇ। ਇਹ ਤਾਂ ਮੈਂ ਸਮਝਦਾ ਵੀ ਜੇ ਦਿੱਲੀ ਨੇ ਚਿੱਟੇ ਹਾਥੀ ਬਿਠਾਏ ਹੋਏ ਨੇ, ਮਤਲਬ ਰਾਜਧਾਨੀਆਂ ਵਿੱਚ ਸਟੇਟਾਂ ਦੀਆਂ ਵਿੱਚ ਇਹਨਾਂ ਦਾ ਕੋਈ ਕੰਮ ਤਾਂ ਹੈ ਹੀ ਨਹੀਂ, ਲੇਕਿਨ ਬੇਲੋੜੇ ਬਿਠਾਏ ਹੋਏ ਨੇ। ਅਸੀਂ ਫੈਡਰਲ ਢਾਂਚੇ ਦੀ ਮੰਗ ਕੇ ਸ਼ਕਤੀ ਦਾ ਵਿਕੇਂਦਰੀਕਰਨ ਕਰੋ, ਦਿੱਲੀ ਕੋਲ ਤਾਕਤ ਨਾ ਰੱਖੋ, ਸੂਬਿਆਂ ਨੂੰ ਅਧਿਕਾਰ ਦਿਓ, ਸੂਬੇ ਆਪਣੇ ਪੈਰਾਂ ਤੇ
ਆਪ ਖੜੇ ਹੋਣ ਦਾ ਯਤਨ ਕਰ ਸਕਣ। ਜਿੱਥੋਂ ਤੱਕ ਸਾਡਾ ਸੰਬੰਧ ਹੈ, ਹਿੰਦੁਸਤਾਨ ਦਾ ਕੋਈ ਸੰਵਿਧਾਨ ਨਹੀਂ। ਕੀ ਸੰਵਿਧਾਨ ਹੈ ਜੀ? ਜਿੱਧਰ 200 ਬੰਦੇ ਹੋ ਜਾਂਦੇ ਨੇ, ਸ਼ਾਮ ਨੂੰ ਸੰਵਿਧਾਨ ਬਦਲ ਦਿੰਦੇ ਨੇ। 70 ਵਾਰ ਕਾਂਗਰਸ ਨੇ ਸੰਵਿਧਾਨ ਬਦਲਿਆ, ਹੁਣ ਇਹ ਬਦਲੀ ਜਾਂਦੇ ਨੇ। ਕਾਨੂੰਨ ਇੱਥੇ ਕੀ ਹੈ ਜੀ? ਇੱਕ ਜੱਜ ਦੀ ਜੱਜਮੈਂਟ ਕਾਨੂੰਨ ਹੈ। ਜੱਜ ਚੰਗੀ ਸੋਚ ਰੱਖਦਾ, ਉਹਦਾ ਚੰਗਾ ਕਾਨੂੰਨ ਬਣ ਜਾਂਦਾ। ਉਹਦੇ ਫੈਸਲੇ ਨੂੰ ਉਸ ਤਰ੍ਹਾਂ ਇੰਪਲੀਮੈਂਟ ਕਰਕੇ ਅਗਲੇ ਰਾਏ ਦੇ ਦਿੰਦੇ ਨੇ ਜੀ, ਇਹ ਫਲਾਣੇ ਫੈਸਲੇ 'ਚ ਆਹ ਰਾਏ ਜੱਜ ਦੀ ਸੀ, ਆਹ ਕਾਨੂੰਨ ਬਣ ਗਿਆ ਜੀ। ਤੇ ਜੱਜ ਮੈਂਟਲ ਹੋਵੇ ਬਣ ਜਾਂਦਾ। ਮੈਂ ਸਮਝਦਾ ਨਾ ਕੋਈ ਸੰਵਿਧਾਨ ਆ ਪਰਮਾਨੈਂਟ, ਨਾ ਕੋਈ ਪਰਮਾਨੈਂਟ ਕਾਨੂੰਨ ਹੈ। ਇਸ 5-6 ਦੇਸ਼ਾਂ ਦਾ ਇਕੱਠਾ ਕੀਤਾ ਹੋਇਆ ਸੰਵਿਧਾਨ ਆ, ਜਿਹੜਾ ਬਣਾ ਕੇ ਹਿੰਦੁਸਤਾਨ ਦੀ ਮਤਲਬ ਸਰਕਾਰ ਨੇ ਇਕੱਠਾ ਕਰਕੇ ਲੋਕਾਂ ਦੇ ਅੱਗੇ ਰੱਖ ਦਿੱਤਾ ਗਿਆ। ਇੱਕ ਸਵਾਲ ਜਿਹੜਾ ਹੈਗਾ ਜੋ ਗਵਰਨਰ ਦਾ ਧੱਕਾ ਹੋਏਗਾ ਜੇ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਭੰਗ ਕਰਨ ਦਾ ਕੋਈ ਵੀ ਫੈਸਲਾ ਕੀਤਾ। ਇਹ ਪੰਜਾਬ ਦੇ ਲੋਕਾਂ ਦੇ ਫੈਸਲੇ ਦੇ ਖਿਲਾਫ ਫੈਸਲਾ। ਇਹ ਗੱਲ ਕਦਾਚਿਤ ਵੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ, ਜਾਂ ਪੰਜਾਬ ਵਿੱਚ ਕਾਂਗਰਸ ਦੀ ਹੋਵੇ, ਜਾਂ ਪੰਜਾਬ ਵਿੱਚ ਬੀਜੇਪੀ ਦੀ ਹੋਵੇ, ਜਾਂ ਅਕਾਲੀ ਦਲ ਦੀ ਹੋਵੇ। ਜੀ ਜੀ, ਸੈਂਟਰ ਨੂੰ ਕੋਈ ਹੱਕ ਨਹੀਂ ਹੈ, ਨਾ ਕਿਸੇ ਗਵਰਨਰ ਦਾ ਅਧਿਕਾਰ ਹੈ ਕਿ ਉਹ ਚੱਕ ਕੇ ਜੀ ਆਪਣਾ ਸੈਂਟਰ ਨੂੰ ਲਿਖ ਦੇ, ਸੈਂਟਰ ਕਹੇ ਸ਼ਾਮ ਨੂੰ ਤੋੜ ਦੋ। ਇਹ 92 ਐਮਐਲਏ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ। ਇਸ ਕਰਕੇ ਪੰਜਾਬ ਦੇ ਲੋਕਾਂ ਦੇ ਖਿਲਾਫ ਫਤਵਾ ਹੋਏਗਾ ਗਵਰਨਰ ਦਾ। ਥੈਂਕ ਯੂ ਵਿਨੋਦ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਆਪਾਂ ਫੇਰ ਆਵਾਂਗੇ। ਡਾਕਟਰ ਬਰਾਗੀ, ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ 'ਚ ਵੱਡਾ ਸੰਵਿਧਾਨਕ ਸੰਕਟ ਖੜਾ ਹੁੰਦਾ ਨਜ਼ਰ ਆ ਰਿਹਾ ਹੈ। ਗਵਰਨਰ ਤੇ ਮੁੱਖ ਮੰਤਰੀ ਪਹਿਲੀ ਵਾਰ ਆਮਣੋ ਸਾਹਮਣੇ ਨਹੀਂ ਹੋਏ, ਪਰ ਹੁਣ ਸਥਿਤੀਆਂ ਬਦਲੀਆਂ ਵੀ ਜੋ ਗਵਰਨਰ ਦਾ ਪੱਤਰ ਹੈ, ਜੋ ਉਹਦੀ ਸ਼ਬਦਾਵਲੀ ਹੈ। ਡਾਕਟਰ ਬਰਾਗੀ, ਆਵਾਜ਼ ਆ ਰਹੀ ਹੈ? ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਜੀ, ਤੁਹਾਨੂੰ ਸਵਾਲ ਹੈ। ਹਾਂ ਬਿਲਕੁਲ ਸਿੱਧੂ ਸਾਹਿਬ, ਜਿਹੜੀ ਆ ਰੀਸੈਂਟਲੀ ਇੱਕ ਡਿਟੇਲਡ ਲੈਟਰ ਗਵਰਨਰ ਵੱਲੋਂ ਪੰਜਾਬ ਸੀਐਮ ਨੂੰ ਆਈ ਆ, ਜਾਂ ਪੰਜਾਬ ਗਵਰਨਮੈਂਟ ਨੂੰ ਆਈ ਆ। ਵਾਕਿਆ ਹੀ ਇੱਕ ਇਹ ਤੁਹਾਡੀ ਗੱਲ ਨੂੰ ਇੰਡੋਰਸ ਕਰਦਾ ਵੀ ਇੱਕ ਸੰਵਿਧਾਨਿਕ ਸੰਕਟ ਅਲੀ ਨੂੰ ਪੰਜਾਬ ਜਾ ਰਿਹਾ ਜਾਂ ਤੁਰਨ ਲੱਗਿਆ ਹੋਇਆ ਵਾ। ਕਿਉਂਕਿ ਪੰਜਾਬ ਦੀਆਂ ਪਹਿਲਾਂ ਹੀ ਦਰਪੇਸ਼ ਸਮੱਸਿਆਵਾਂ ਬੜੀਆਂ ਨੇ, ਜਿਹੜੀਆਂ ਚਾਹੇ ਉਹ ਬਲੱਡਸ ਨੇ ਕ੍ਰੀਏਟ ਕੀਤੀਆਂ, ਜਾਂ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨਸ ਲੈ ਲਓ। ਪੰਜਾਬ ਦੀ ਪਹਿਲਾਂ ਹੀ ਪੰਜਾਬ ਕਾਫੀ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ। ਅਪਾਰਟ ਫਰੋਮ ਦੈਟ, ਪੰਜਾਬ ਇੱਕ ਸੈਂਸਿਟਿਵ ਸਟੇਟ ਹੈਗਾ ਵਾ। ਇੱਥੇ ਪਹਿਲਾਂ ਵੀ ਤਕਰੀਬਨ 8 ਤੋਂ 10 ਦਫਾ ਰਾਸ਼ਟਰਪਤੀ ਰਾਜ ਜਾਂ ਗਵਰਨਰ ਰਾਜ ਲੱਗ ਚੁੱਕਿਆ ਵਾ। ਤੇ ਮੈਨੂੰ ਲੱਗਦਾ ਇੱਕ ਕਾਫੀ ਲੰਮੇ ਚਿਰ ਤੋਂ ਇਹ ਇੱਕ ਖਿੱਚਾ ਤਾਣ ਗਵਰਨਰ ਸਾਹਿਬ ਤੇ ਸੀਐਮ ਸਾਹਿਬ ਵਿੱਚ ਬਣੀ ਪਈ ਸੀਗੀ। ਤੇ ਗਵਰਨਰ ਸਾਹਿਬ ਦੇ ਜੇ ਪੱਖ ਦੇਖੀਏ ਤਾਂ ਉਹ ਇਵੇਂ ਲੱਗਦਾ ਜਦੋਂ ਉਹਨਾਂ ਦੀ ਚਿੱਠੀ ਪੜ੍ਹਦੇ ਆ ਵੀ ਉਹ ਵੈਲ ਰਿਸਰਚ ਦਾ ਐਜ਼ ਪਰ ਕਨਸਟੀਟਿਊਸ਼ਨਸ ਹੈਗਾ ਵਾ। ਜਿੱਥੋਂ ਤੱਕ ਟਿੱਪਣੀਆਂ ਕੀਤੀਆਂ ਗਈਆਂ ਸੀਐਮ ਸਾਹਿਬ ਵੱਲੋਂ, ਉਹ ਵੀ ਉਹਦੇ ਵਿੱਚ ਉਹਨਾਂ ਨੇ ਕੋਟ ਕੀਤੀਆਂ ਤੇ ਬਕਾਇਦਾ ਸੰਵਿਧਾਨਿਕ 356 ਧਾਰਾ ਦਾ ਉਹਨਾਂ ਨੇ ਜ਼ਿਕਰ ਕੀਤਾ ਵਾ। ਤੇ ਬਾਕੀ ਮੈਨੂੰ ਯਾਦ ਆ ਰਹੀ ਆ ਵੀ ਪਹਿਲਾਂ ਪੁਰਾਣੀਆਂ ਸਰਕਾਰਾਂ ਵੀ ਜਿਹੜੀਆਂ, ਇੱਕ ਜੇ ਮੈਂ ਪੋਲੀਟੀਕਲ ਨਜ਼ਰੀਏ ਤੋਂ ਦੇਖਾਂ, ਜਿਹੜੀ ਦੂਜੀ ਪਾਰਟੀ ਦੀ ਸਰਕਾਰ ਹੁੰਦੀ ਸੀਗੀ ਉਹਨੂੰ ਤੋੜ ਮਰੋੜ ਕੇ ਜਾਂ ਤਾਂ ਖਤਮ ਕਰ ਦਿੰਦੇ ਸੀ। ਪਹਿਲਾਂ ਵੀ ਸਰਕਾਰਾਂ ਬਹੁਤ ਤਰ੍ਹਾਂ ਦੀਆਂ ਟੁੱਟੀਆਂ ਵਾ। ਇਵੇਂ ਨੋ ਡਾਊਟ ਜਿਹੜਾ ਲੋਕਾਂ ਨੇ ਵਰਡਿਕਟ ਦਿੱਤਾ ਹੁੰਦਾ, ਇੱਕ ਫਤਵਾ ਦਿੱਤਾ ਹੁੰਦਾ ਵਾ, ਉਹਨੂੰ ਸੱਟ ਤਾਂ ਜ਼ਰੂਰ ਵੱਜਦੀ ਆ। ਪਰ ਇੱਥੇ ਹੀ ਸਾਈਮਲਟੇਨੀਅਸਲੀ ਨਾਲ ਉਹਨਾਂ ਐਗਜ਼ੈਕਟਿਵ ਆਫੀਸਰਸ ਜਾਂ ਐਗਜ਼ੈਕਟਿਵ ਜਿਹੜੇ ਸਾਡੇ ਕੈਬਨਿਟ ਦੇ ਵਿੱਚ ਬੈਠੇ ਆ, ਚਾਹੇ ਉਹ ਸੀਐਮ ਹੋਵੇ, ਚਾਹੇ ਉਹਨਾਂ ਦੇ ਆਲਾ ਅਧਿਕਾਰੀ ਹੋਣ, ਉਹਨਾਂ ਦੀ ਇੱਕ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਹਰੇਕ ਅਹੁਦੇ ਨੂੰ ਬਣਦੀ ਰਿਸਪੈਕਟ ਦਿੱਤੀ ਜਾਵੇ। ਮੈਨੂੰ ਲੱਗਦਾ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜੇ ਸੀਐਮ ਭਗਵੰਤ ਸਿੰਘ ਮਾਨ ਪ੍ਰੋਪਰ ਆਪ ਦੀ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਆ ਜਾਂ ਉਹ ਮੰਗਦੇ ਆ, ਜੇ ਉਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਮੰਗਦੇ ਆ, ਆਪਦੇ ਲੀਗਲ ਟੀਮ ਦੇ ਨਾਲ ਕੰਸਲਟ ਕਰਕੇ ਉਹਨਾਂ ਨੂੰ ਪ੍ਰੋਵਾਈਡ ਕਰ ਦੇਣ। ਕਿਉਂਕਿ ਜੇ ਮੈਨੂੰ ਲੱਗਦਾ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਤਾਂ ਉਹਦੇ ਵਿੱਚ ਪੰਜਾਬ ਦਾ ਨੁਕਸਾਨ ਹੀ ਹੈਗਾ ਵਾ। ਤੇ ਕਿਉਂਕਿ ਇੱਕ ਚੁਣੇ ਹੋਏ ਜਿਹੜੇ ਉਹ ਡੈਮੋਕ੍ਰੈਟਿਕ ਵੈਲਿਊਜ਼ ਵਾਲੀ ਗੱਲ ਨਹੀਂ ਰਹਿਣੀ। ਸਾਈਮਲਟੇਨੀਅਸਲੀ ਚਿੱਠੀ ਦੇ ਵਿੱਚ ਡਰੱਗਸ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਪਿਆ ਵੀ ਲਿਕਰ ਵੈਂਡਸ ਦੇ ਉੱਤੇ ਡਰੱਗ ਸੇਲ ਹੋ ਰਹੀ ਆ। ਵੀ ਮੈਨੂੰ ਕੰਪਲੇਂਟਾਂ ਮਿਲੀਆਂ, ਅਸੀਂ ਲੁਧਿਆਣੇ ਦੇ ਵਿੱਚ ਇਹ ਸੀਜ਼ ਵੀ ਕੀਤੇ ਆ ਕੁਝ ਵੈਂਡਸ। ਤੇ ਮੈਨੂੰ ਲੱਗਦਾ ਉਹ ਸੋਲਿਡ ਕੁਝ ਉਹਨਾਂ ਕੋਲੇ ਇਨਫੋਰਮੇਸ਼ਨ ਕਰਕੇ ਤਾਂ ਹੀ ਗਵਰਨਰ ਸਾਹਿਬ ਨੇ ਵੀ ਐਡਾ ਡੇਅਰ ਸਟੈਪ ਚੱਕਿਆ ਵਾ। ਤੇ ਸਮਾਂ ਰਹਿੰਦੇ ਇਸ ਸਮੱਸਿਆ ਨੂੰ ਨਜਿੱਠ ਲੈਣਾ ਚਾਹੀਦਾ। ਕੋਈ ਵੀ ਕੁਐਰੀ ਹੈਗੀ ਐਜ਼ ਪਰ ਲੀਗਲਿਟੀ ਜਾਂ ਕਨਸਟੀਟਿਊਸ਼ਨਲ ਦਾਇਰੇ ਦੇ ਵਿੱਚ ਰਹਿ ਕੇ ਦੋਨਾਂ ਜਿਹੜੀਆਂ ਸੰਸਥਾਵਾਂ ਹੈਗੀਆਂ, ਚਾਹੇ ਉਹ ਗਵਰਨਮੈਂਟ ਹੈਗੀ ਆ, ਚਾਹੇ ਉਹ ਗਵਰਨਰ ਸਾਹਿਬ ਹੈਗੇ ਨੇ,
ਇਹ ਦੋਨੇ ਹੀ ਇੱਕ ਫੈਡਰਲ ਢਾਂਚੇ ਦੇ ਅਹਿਮ ਅੰਗ ਨੇ ਤੇ ਇਹਨਾਂ ਨੂੰ ਆਪ ਦੀ ਇਨਫੋਰਮੇਸ਼ਨ ਜਿਵੇਂ ਆਰਟੀਕਲ 19 ਨੇ ਵੀ ਕੋਡ ਕੀਤਾ ਵਾ ਉਹਦੇ ਤਹਿਤ ਆਦਾਨ ਪ੍ਰਦਾਨ ਕਰਨੀ ਚਾਹੀਦੀ ਆ, ਕਿਉਂਕਿ ਬੇਸਿਕ ਪਰਪਸ ਜਾਂ ਬੇਸਿਕ ਮੋਟਿਵ ਤਾਂ ਦੋਨਾਂ ਪੋਜੀਸ਼ਨਸ ਦਾ ਇਹੀ ਆ ਵੀ ਇੱਕ ਅਸੀਂ ਚੰਗੀ ਗਵਰਨੈਂਸ ਡਿਲੀਵਰ ਕਰ ਸਕੀਏ। ਤਾਂ ਇਹਦੇ ਵਿੱਚ ਜਿਹੜੀ ਨਿੱਜੀ ਪੋਲਿਟਿਕਸ ਜਾਂ ਪਾਰਟੀ ਪੋਲਿਟਿਕਸ ਨਹੀਂ ਆਉਣੀ ਚਾਹੀਦੀ। ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਦੋਨਾਂ ਜਿਹੜੀਆਂ ਹਸਤੀਆਂ ਹੈਗੀਆਂ ਉਹਨਾਂ ਨੂੰ ਆਪਦੀ ਡਿਊਟੀ ਨਿਭਾਉਣੀ ਚਾਹੀਦੀ। ਜੀ ਥੈਂਕ ਯੂ ਵੈਰੀ ਮਚ ਨਾਰੰਗ ਸਾਹਿਬ। ਜੇ ਬਾਕੀ ਮਹਿਮਾਨਾਂ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਇਸ ਗੱਲ ਤੇ ਕੋਈ ਦੋ ਰਾਏ ਨਹੀਂ, ਤਕਰੀਬਨ ਸਾਰਿਆਂ ਦੀ ਇਸ ਗੱਲ ਤੇ ਸਹਿਮਤੀ ਹੈ ਕਿ ਗਵਰਨਰ ਜੀ ਨੇ ਜੋ ਪੁੱਛਿਆ, ਗਵਰਨਰ ਸਾਹਿਬ ਨੇ ਜੋ ਜਾਣਕਾਰੀ ਮੰਗੀ ਹੈ, ਮੁੱਖ ਮੰਤਰੀ ਵੱਲੋਂ ਉਹਦਾ ਜਵਾਬ ਦਿੱਤਾ ਜਾਣਾ ਬਣਦਾ ਹੈ। ਪਰ ਕਿਧਰੇ ਸਵਾਲ ਇਹ ਵੀ ਨਾਰੰਗ ਸਾਹਿਬ ਉੱਠ ਰਿਹਾ ਹੈ ਕਿ ਪੰਜਾਬੀਆਂ ਨੇ ਕੋਈ ਵੀ ਸਰਕਾਰ ਉੱਥੇ ਅਕਾਲੀ ਦਲ ਦੀ ਹੋ ਸਕਦੀ ਸੀ, ਕਾਂਗਰਸ ਦੀ, ਅਤੇ ਹੁਣ ਚਲੋ ਜੋ ਸਿਸਟਮ ਹੈਗਾ ਉਹਦੇ ਮੁਤਾਬਕ 92 ਵਿਧਾਇਕ ਜਿਹੜੇ ਚੁਣ ਕੇ ਆਏ ਆਪ ਦੇ, ਪੰਜਾਬੀਆਂ ਨੇ ਚੁਣ ਕੇ ਉਹਨਾਂ ਨੂੰ ਵੋਟਾਂ ਪਾ ਕੇ ਭੇਜਿਆ। ਜੇ ਕੋਈ ਟਕਰਾਅ ਵਾਲੀ ਸਥਿਤੀ ਹੈ ਤਾਂ ਉਹਦਾ ਹੱਲ ਕੱਢਿਆ ਜਾਣਾ ਚਾਹੀਦਾ। ਪਰ ਜੇ 92 ਵਿਧਾਇਕਾਂ ਵਾਲੀ ਸਰਕਾਰ ਤੋੜੀ ਜਾਏਗੀ ਜਾਂ ਕੋਈ ਇੱਦਾਂ ਦੀ ਸਥਿਤੀ ਬਣਦੀ ਹੈ ਤਾਂ ਫਿਰ ਪੰਜਾਬੀਆਂ ਦਾ ਜਿਹੜਾ ਡੈਮੋਕ੍ਰੈਟਿਕ ਜਮਹੂਰੀ ਅਧਿਕਾਰ ਹੈ ਉਹਦੇ 'ਤੇ ਸਿੱਧੇ ਤੌਰ 'ਤੇ ਛਾਪਾ। ਇਹ ਸਵਾਲ ਵੀ ਨਾਰੰਗ ਸਾਹਿਬ ਆ ਰਿਹਾ ਨਾਲ ਨਾਲ। ਜੀ ਨਾਰੰਗ ਸਾਹਿਬ। ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਕਿ ਕਿਸੇ ਨੇ ਵੀ ਸਰਕਾਰ ਤੋੜਨ ਦੀ ਗੱਲ ਨਹੀਂ ਕੀਤੀ। ਮੈਂ ਪੰਜੋਲੀ ਸਾਹਿਬ ਨੂੰ ਸੁਣ ਰਿਹਾ ਸੀਗਾ, ਪਤਾ ਨਹੀਂ ਉਹ ਕਿਵੇਂ ਕਿਆਸ ਲਾ ਕੇ ਬੈਠ ਗਏ ਨੇ। ਜੀ ਗੱਲ ਸਿਰਫ ਇਹ ਹੋਈ ਆ ਕਿ ਜੇ ਹੁਣ ਸਰਕਾਰ ਸੰਵਿਧਾਨ ਦੀ ਪਾਲਣਾ ਨਹੀਂ ਕਰ ਰਹੀ ਤਾਂ ਗਵਰਨਰ 6 ਮਹੀਨੇ ਤੋਂ ਮੌਕੇ ਦੇ ਰਹੇ ਆ। ਜੇ ਉਹ ਮੌਕੇ ਤੇ ਗੱਲ ਨਹੀਂ ਮੰਨ ਰਹੇ, ਜਿਹੜੀ ਕਿ ਬੜੀ ਛੋਟੀ ਜੀ ਗੱਲ ਹੈ, ਚਿੱਠੀਆਂ ਦਾ ਜਵਾਬ ਹੀ ਦੇਣਾ ਨਾ, ਉਹ ਕਰਨਾ ਕੀ ਆ। ਤੇ ਗਵਰਨਰ ਵੀ ਡਿਊਟੀ ਬਾਉਂਡ ਆ ਪ੍ਰੈਜ਼ੀਡੈਂਟ ਨੂੰ ਇਨਫੋਰਮ ਕਰਨ ਲਈ, ਔਰ ਪ੍ਰੈਜ਼ੀਡੈਂਟ ਨੂੰ ਇਨਫੋਰਮ ਕੀਤਾ ਜਾਂਦਾ ਆਰਟੀਕਲ 356 ਦੇ ਤਹਿਤ। ਇਹਦਾ ਕਤਈ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਸਰਕਾਰ ਟੁੱਟ ਰਹੀ ਆ। ਹੁਣ ਦੇਖੋ, ਪੰਜਾਬ ਦੇ ਲੋਕਾਂ ਕੋਲ ਇੱਕ ਗਲਤੀ ਹੋ ਗਈ ਕਿ ਇਹਨਾਂ ਦੇ 92 ਵਿਧਾਇਕ ਬਣਾਤੇ। ਅੱਜ ਤੁਸੀਂ ਦੁਬਾਰਾ ਚੋਣ ਕਰਾ ਕੇ ਦੇਖ ਲਓ, ਸਿੱਧੂ ਸਾਹਿਬ 2 MLA ਨਹੀਂ ਬਣਨੇ ਇਹਨਾਂ ਦੇ, ਤੇ ਲੋਕਾਂ ਦਾ ਫਤਵਾ ਤਾਂ ਇਹ ਇਹਨਾਂ ਤੋਂ ਖਿਲਾਫ ਆ ਚੁੱਕਾ ਵਾ। ਆਪਾਂ ਸੰਗਰੂਰ 'ਚ ਵੀ ਦੇਖ ਚੁੱਕੇ ਆ, ਜਲੰਧਰ ਦੀ ਜਿਮਨੀ ਚੋਣ ਇੱਕ ਅਲੱਗ ਚੋਣ ਸੀ, ਪਰ ਜੇ ਅੱਜ ਪੰਜਾਬ 'ਚ ਦੁਬਾਰਾ ਇਲੈਕਸ਼ਨ ਹੋ ਜਾਣ, ਔਰ ਦੇਖੋ ਆਪਣੇ ਤੁਹਾਡੇ ਚੈਨਲ ਤੇ ਬੈਠ ਕੇ ਡਿਬੇਟ ਕਰ ਰਹੇ ਆ ਚਾਰੋਂ ਪੈਨਲਿਸਟ ਦਾ, ਇਹ ਤਾਂ ਮੰਨਣਾ ਨਾ ਕਿ ਚੀਫ ਮਿਨਿਸਟਰ ਦੀ ਡਿਊਟੀ ਆ ਕਿ ਉਹਨੂੰ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਦੇ ਕੇ ਸਾਰਾ ਜਿਹੜਾ ਝਗੜਾ ਉਹਨੂੰ ਖਤਮ ਕਰ ਦੇਣਾ ਚਾਹੀਦਾ। ਇਸ ਜੀ ਕੋਈ ਦੋ ਰਾਏ ਨਹੀਂ ਹੈ। ਇਹ ਤਾਂ ਮੰਨਦੇ ਨਾਰੰਗ ਸਾਹਿਬ, ਇਹ ਤਾਂ ਮੰਨੀ ਜਾਂਦੀ ਹੈ ਗੱਲ। 10 ਸੈਕਿੰਡ ਜੀ ਜੀ। ਔਰ ਇਹ ਜਿਹੜੀ ਆਵਾਜ਼ ਆ ਸਾਰੇ ਤੁਹਾਡੇ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ 'ਚ ਪੰਜਾਬ ਦੀ ਜਨਤਾ ਨੂੰ ਪਹੁੰਚ ਰਹੀ ਆ ਕਿ ਜਿੰਨੇ ਵੀ ਨਿਊਟਰਲ ਟਿੱਪਣੀਕਾਰ ਨੇ, ਪਾਰਟੀਆਂ ਦੇ ਨੁਮਾਇੰਦੇ ਨੇ, ਉਹ ਇੱਕ ਗੱਲ ਤੇ ਸਹਿਮਤ ਨੇ ਕਿ ਮੁੱਖ ਮੰਤਰੀ ਨੂੰ ਜਾਣਕਾਰੀ ਦੇ ਦੇਣੀ ਚਾਹੀਦੀ ਆ। ਤੇ ਮੁੱਖ ਮੰਤਰੀ ਸਾਹਿਬ ਨੂੰ ਦਿੱਕਤ ਕੀ ਆ? ਸਾਨੂੰ ਤਾਂ ਇਹ ਨਹੀਂ ਸਮਝ ਆਈ ਕਿ ਜੇ ਲੋਕਾਂ ਦੀ ਭਾਵਨਾਵਾਂ ਤੋਂ ਤੁਸੀਂ ਸਨਮਾਨ ਨਹੀਂ ਕਰੋਗੇ, ਕਿ ਜਦ ਲੋਕ ਮੀਡੀਆ ਤੇ ਚੈਨਲਾਂ ਤੇ ਬੈਠ ਕੇ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਮਿਹਨਤ ਵਾਲੀ ਗੱਲ ਆ, ਜ਼ਿੰਮੇਵਾਰੀ ਦੇ ਦਿਓ, ਪੰਜਾਬ ਨੂੰ ਕ੍ਰਾਈਸਿਸ 'ਚ ਨਾ ਪਾਓ, ਅਸੀਂ ਤੁਹਾਡੇ ਹੱਥ ਜੋੜਦੇ ਆ, ਤੇ ਕਿਆ ਮੁੱਖ ਮੰਤਰੀ ਸਾਹਿਬ ਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਕਰਨਾ ਕੀ ਆ? ਪਰ ਇੱਕ ਸਵਾਲ ਜਿਹੜਾ ਨਾਰੰਗ ਸਾਹਿਬ, ਜਿਹੜਾ ਤੁਸੀਂ ਗੱਲ ਪਹਿਲਾਂ ਵੀ ਕੀਤੀ ਸੀ, ਸ਼ਾਇਦ ਦਰਸ਼ਕ ਵੀ ਉਸ ਮੁੱਦੇ ਤੇ ਜਾਣਕਾਰੀ ਲੈਣਾ ਚਾਹੁੰਦੇ ਹੋਣਗੇ, ਉਹ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਗਵਰਨਰ ਨੇ ਕਿਹਾ ਕਿ ਇਸ ਧਾਰਾ ਦੇ ਅਧੀਨ ਜਿਹੜੀ ਜਾਣਕਾਰੀ ਮੁਹੱਈਆ ਨਹੀਂ ਕੀਤੀ ਜਾਂ ਲੰਘਣਾ ਸੰਵਿਧਾਨ ਦੀ, ਤੇ ਮੁੱਖ ਮੰਤਰੀ ਦੇ ਖਿਲਾਫ ਪਰਚਾ ਦਰਜ ਕਰਾਉਣ ਦੀ ਗੱਲ ਕੀਤੀ ਗਈ ਹੈ। ਸ਼ਾਇਦ ਲੱਗਦਾ ਨਹੀਂ ਨਾਰੰਗ ਸਾਹਿਬ ਕਿ ਇਸ ਮੁਲਕ ਦੇ ਅੰਦਰ ਪਹਿਲੀ ਇਹੋ ਜਿਹੀ ਉਦਾਹਰਨ ਹੋਏਗੀ ਕਿ ਗਵਰਨਰ ਵੱਲੋਂ ਮੁੱਖ ਮੰਤਰੀ ਦੇ ਖਿਲਾਫ ਪਰਚਾ ਦਰਜ ਕਰਾਉਣ ਦੀ ਨੌਬਤ ਆਵੇ। ਫਿਰ ਇਸ ਤੋਂ ਪਿੱਛੇ ਟਕਰਾਅ ਹੋ ਰਹਿ ਕੀ ਜਾਏਗਾ? ਸਿੱਧੂ ਸਾਹਿਬ, ਇਹ ਟਕਰਾਅ ਜਿਹੜਾ ਵਾ ਸਿਰਫ ਮੁੱਖ ਮੰਤਰੀ ਸਾਹਿਬ ਕਰਕੇ ਹੋ ਰਿਹਾ ਨਾ ਜੀ। ਇਸ ਮੁਲਕ ਦੇ ਵਿੱਚ ਐਸੀ ਵੀ ਕੋਈ ਮਿਸਾਲ ਨਹੀਂ ਹੋਏਗੀ ਸਾਰੀ ਸਟੇਟਾਂ ਦੇ ਵਿੱਚ। ਦੇਖੋ, ਸਾਰੀ ਸਟੇਟਾਂ 'ਚ ਤਾਂ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਨਾ, ਕਾਂਗਰਸ ਦੀ ਸਰਕਾਰ ਆ, ਸਾਊਥ ਦੇ ਵਿੱਚ ਹੋਰ ਦੂਜੀ ਪਾਰਟੀ ਸਰਕਾਰਾਂ ਨੇ। ਕਦੀ ਤੁਸੀਂ ਐਸਾ ਕ੍ਰਾਈਸਿਸ ਦੇਖਿਆ ਕਿ ਕੋਈ ਮੁੱਖ ਮੰਤਰੀ ਇਨਫੋਰਮੇਸ਼ਨ ਨਾ ਸ਼ੇਅਰ ਕਰੇ, ਸ਼ੇਅਰ ਕਰਨ ਤੋਂ ਮਨਾ ਕਰ ਦੇ, ਵਿਧਾਨ ਸਭਾ 'ਚ ਗਵਰਨਰ ਨੂੰ ਬੇਲਾ ਕਵੇ, ਉਹਨੂੰ ਲਵ ਲੈਟਰਾਂ ਕਵੇ? ਐਸੀ ਮਿਸਾਲ ਵੀ ਤਾਂ ਕਿਤੇ ਨਹੀਂ ਨਾ ਮਿਲੀ ਹੋਊਗੀ। ਹੁਣ ਜੇ ਤੁਸੀਂ ਐਕਸਟਰਾ ਆਰਡੀਨਰੀ ਮਿਸਾਲ ਪੇਸ਼ ਕਰੋਗੇ ਤਾਂ ਉਹਦਾ ਐਕਸਟਰਾ ਆਰਡੀਨਰੀ ਖਮਿਆਜਾ ਤਾਂ ਭੁਗਤਣਾ ਹੀ ਪੈਣਾ। ਜੀ ਬਿਲਕੁਲ, ਖਮਿਆਜ਼ੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਇੱਕ ਸਵਾਲ ਹੋਰ ਜਿਹੜਾ ਹਲਕਾ ਜਿਹਾ ਮੈਂ ਜ਼ਰੂਰ ਲੈਣਾ ਚਾਹਾਂਗਾ, ਫਿਰ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਲੈਂਦੇ ਹਾਂ। ਕਿਤੇ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ, ਉਹ ਇਹ ਵੀ ਲਗਾਤਾਰ ਕਹਿੰਦੇ ਆ ਰਹੇ ਕਿ ਗਵਰਨਰ ਦੇ ਰਾਹੀਂ ਜਿਹੜਾ ਬਾਂਹ ਮਰੋੜ ਕੇ ਸਰਕਾਰ ਨੂੰ ਉਸ ਤਰੀਕੇ ਨਾਲ ਜਿਵੇਂ ਬੀਜੇਪੀ ਜਾਂ ਕੇਂਦਰ ਚਾਹੁੰਦਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਵਰਨਰ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸਰਕਾਰਾਂ ਨੂੰ ਅਸਥਿਰ ਕਰਨ ਲਈ, ਡੀਸਟੇਬਲਾਈਜ਼ ਕਰਨ ਲਈ। ਸਿੱਧੂ ਸਾਹਿਬ, ਇੱਕ ਚੀਜ਼ ਨੂੰ ਸਮਝੋ ਕਿ ਇੱਥੇ ਕ੍ਰਾਈਸਿਸ ਕਿਉਂ ਖੜਾ ਹੋ ਰਿਹਾ। ਇੱਥੇ ਕ੍ਰਾਈਸਿਸ ਗਵਰਨਰ ਸਾਹਿਬ ਕਰਕੇ ਨਹੀਂ ਖੜਾ ਹੋ ਰਿਹਾ। ਸਾਰਿਆਂ ਦੀ ਇੱਕ ਸੁਰ 'ਚ ਰਾਏ ਆ
ਕਿ ਕ੍ਰਾਈਸਿਸ ਇਸ ਕਰਕੇ ਖੜਾ ਹੋ ਰਿਹਾ ਕਿ ਗਵਰਨਰ ਸਾਹਿਬ ਜਿਹੜੀ ਜਾਣਕਾਰੀ ਮੰਗੀ ਜਾਂਦੀ ਆ, ਜਿਹਨੂੰ ਉਹ ਦੇਣ ਲਈ ਜ਼ਰੂਰੀ ਆ ਉਹਨਾਂ ਲਈ, ਉਹ ਜਿਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਆਪਣੇ ਫੈਸਲੇ 'ਚ ਫਰਵਰੀ ਦੇ, ਉਹ ਨਹੀਂ ਦੇ ਰਹੇ। ਹੁਣ ਇਹਦੇ 'ਚ ਦੱਸੋ ਕਿ ਗਵਰਨਰ ਸਾਹਿਬ ਕਰਨ ਕੀ? 6 ਮਹੀਨੇ ਦੀ ਪੇਸ਼ੈਂਸ ਸਿੱਧੂ ਸਾਹਿਬ ਬਹੁਤ ਹੁੰਦੀ ਆ। ਫਿਰ ਤੁਸੀਂ ਉਹਨਾਂ ਦੇ ਜਦੋਂ ਕੋਈ ਇਨਫੋਰਮੇਸ਼ਨ ਮੰਗਦੇ ਨੇ, ਤੁਸੀਂ ਸ਼ਾਮ ਤੱਕ ਵੇਟ ਕਰ ਲਓ, ਚਿੱਠੀ ਦੇ ਦਿਨ 'ਚ ਆਈ ਹੈ ਨਾ, ਤੁਹਾਨੂੰ ਮੁੱਖ ਮੰਤਰੀ ਦਾ ਫਿਰ ਕੋਈ ਨਾ ਕੋਈ ਐਸਾ ਟਵੀਟ ਮਿਲੂਗਾ ਜਿਹੜਾ ਭੜਕਾਊ ਹੋਊਗਾ, ਡੈਰੋਗੇਟਰੀ ਹੋਊਗਾ, ਕਿਉਂਕਿ ਉਹ ਸਿੱਧੇ ਤਰੀਕੇ ਨਾਲ ਉਹਦਾ ਜਵਾਬ ਦੇਣਾ ਹੀ ਨਹੀਂ। ਉਹ ਜਾਂ ਟਵੀਟ ਨਾਲ ਜਵਾਬ ਦੇਣਗੇ ਜਾਂ ਉਹਨਾਂ ਦਾ ਕੋਈ ਸਪੋਕਸਪਰਸਨ ਆ ਕੇ ਡੈਰੋਗੇਟਰੀ ਵਰਡ ਯੂਜ਼ ਕਰੂਗਾ। ਆਪਾਂ ਜੀ। ਅੱਗੇ ਵੀ ਕਈ ਵਾਰੀ ਦੇਖ ਚੁੱਕੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਸੰਵਿਧਾਨ ਦੀ ਪਾਲਣਾ ਨਹੀਂ ਕਰਦੀ, ਲੋਕਾਂ ਕੋ ਗਲਤੀ ਹੋ ਗਈ ਆ, ਪਰ ਹੁਣ ਲੋਕਤੰਤਰ 'ਚ ਰੋਲ ਬੈਕ ਦਾ ਕੋਈ ਤਰੀਕਾ ਨਹੀਂ ਹੈਗਾ, ਇਸ ਲਈ ਪੰਜਾਬ ਇਹ ਖਮਿਆਜਾ ਭੁਗਤ ਰਿਹਾ। ਪਰ ਇਹ ਬਾਰ-ਬਾਰ ਤੁਹਾਡੇ ਚੈਨਲਾਂ ਰਾਹੀਂ ਆਪਾਂ ਇਹਨਾਂ ਨੂੰ ਦੱਸ ਰਹੇ ਹਾਂ, ਪਿਛਲੇ 1.5 ਸਾਲ ਤੋਂ 50 ਤੋਂ 100 ਐਸੇ ਫੈਸਲੇ ਨੇ ਜਿਹਦੇ 'ਚ ਹਾਈ ਕੋਰਟ 'ਚ ਇਹਨਾਂ ਨੂੰ ਫਟਕਾਰ ਲੱਗੀ ਹੈ, ਇਹਨਾਂ ਦੇ ਦਰਜ ਕੀਤੇ ਝੂਠੇ ਪਰਚੇ ਰੱਦ ਹੋਏ ਨੇ, ਪਰ ਇਹ ਸਰਕਾਰ ਅਸੰਵਿਧਾਨਿਕ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੀ। ਓਕੇ, ਥੈਂਕ ਯੂ ਵੈਰੀ ਮਚ। ਟੀਨਾ ਚੌਧਰੀ, ਜਿਸ ਮਾਮਲੇ ਤੇ ਆਪਾਂ ਜ਼ਿਕਰ ਕਰ ਰਹੇ ਹਾਂ, ਦੇਖੋ ਇਹ ਤਾਂ ਸਪਸ਼ਟ ਹੀ ਹੈ ਕਿ ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਬਿਲਕੁਲ ਆਮਣੋ ਸਾਹਮਣੇ ਹੈ, ਪਰ ਜੋ ਸਥਿਤੀਆਂ ਇਸ ਵੇਲੇ ਬਣੀਆਂ ਹੈ, ਕਿਤੇ ਪੰਜਾਬ ਸਰਕਾਰ ਇਹ ਵੀ ਲਗਾਤਾਰ ਕਹਿ ਰਹੀ ਹੈ ਕਿ ਕੇਂਦਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ, ਚਾਹੇ ਸਾਡੇ ਫੰਡਸ ਦੀ ਗੱਲ ਹੈ, ਚਾਹੇ ਹੜ੍ਹਾਂ ਦੇ 'ਚ ਮਦਦ ਕਰਨ ਦੀ ਗੱਲ ਹੈ, ਗਵਰਨਰ ਦੇ ਰਾਹੀਂ ਸਰਕਾਰ ਦੀ ਬਾਂਹ ਮਰੋੜੀ ਜਾ ਰਹੀ ਹੈ। ਕੀ ਜਿਹੀਆਂ ਸਥਿਤੀਆਂ ਦੇ ਵਿੱਚ ਲੱਗਦਾ ਹੈ ਕਿ ਕੋਈ ਜਿਹੜਾ ਡੈਮੋਕ੍ਰੈਟਿਕ ਰਾਈਟਸ ਹੈ ਜਾਂ ਸੰਵਿਧਾਨਕ ਹੱਕ ਹਕੂਕ ਹੈ ਕਿਸੇ ਸਟੇਟ ਦੇ, ਉਹਨਾਂ ਦੇ ਉੱਤੇ ਛਾਪਾ ਮਾਰ ਰਿਹਾ ਹੈ? ਦੇਖੋ ਜਗਤਾਰ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਭਾਜਪਾ ਸਰਕਾਰ ਹਮੇਸ਼ਾ ਹੀ ਓਪੋਜੀਸ਼ਨ ਪਾਰਟੀਆਂ ਦੇ ਨਾਲ ਵਿਤਕਰਾ ਕਰਦੀ ਆਂਦੀ ਹੈ। ਜਿਸ ਟਾਈਮ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੀਗੀ, ਸਾਡੇ ਨਾਲ ਵੀ ਕਈ ਵਾਰੀ ਐਸੀ ਵਿਤਕਰਾ ਹੋਏ, ਸਾਡੇ ਨਾਲ ਵੀ ਕਈ ਸਾਰੇ ਐਸੇ ਫੰਡਸ ਜਿਹੜੇ ਐਲੋਕੇਟ ਕਰ ਰਹੇ ਸੀ, ਉਹਦੇ 'ਚ ਕਾਫੀ ਜ਼ਿਆਦਾ ਡਿਲੇ ਕੀਤੇ ਗਏ ਔਰ ਰੋਕੇ ਵੀ ਗਏ। ਔਰ ਮੈਂ ਇਸ ਬਾਰੇ ਕਹਿਣਾ ਚਾਹਾਂਗੀ ਕਿ ਪੰਜਾਬ ਦੇ ਵਿੱਚ ਹੁਣ ਜਿਸ ਹਿਸਾਬ ਨਾਲ ਮੁੱਖ ਮੰਤਰੀ ਜੀ ਕੰਮ ਕਰ ਰਹੇ ਨੇ, ਜਦੋਂ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਆਉਂਦੀ ਹੈ ਤਾਂ ਉਦੋਂ ਇਹਨਾਂ ਦੀ ਈਗੋ ਸਾਹਮਣੇ ਆ ਜਾਂਦੀ ਹੈ। ਉਦੋਂ ਕਹਿੰਦੇ ਨੇ ਕਿ ਹਾਂਜੀ ਮੈਂ ਕਿਸੇ ਕੋਲੋਂ ਹੱਥ ਨਹੀਂ ਅੱਡਾਂਗਾ ਪੈਸੇ ਮੰਗਣ ਵਾਸਤੇ, ਮੇਰਾ ਹੱਕ ਹੈਗਾ, ਡੈਮੋਕ੍ਰੈਟਿਕ ਰਾਈਟ ਹੈਗਾ, ਇਹਨਾਂ ਨੂੰ ਚਾਹੀਦਾ ਸੈਂਟਰ ਸਰਕਾਰ ਨੂੰ ਮੈਨੂੰ ਪੈਸੇ ਦੇਣ। ਬਟ ਇਸ ਤਰੀਕੇ ਦਾ ਵਿਤਕਰਾ ਵੀ ਚੰਗਾ ਨਹੀਂ ਹੁੰਦਾ। ਜਿਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਨੁਕਸਾਨ ਦਾ ਅਸੈਸਮੈਂਟ ਹੀ ਨਾ ਕਰਾ ਸਕੋ, ਔਰ ਸੈਂਟਰ ਸਰਕਾਰ ਨੂੰ ਵੀ ਤਾਂ ਪ੍ਰੋਟੋਕੋਲ ਫੋਲੋ ਤੇ ਕਰਨਾ ਹੀ ਪੈਣਾ ਕਿ ਜਿਸ ਹਿਸਾਬ ਨਾਲ ਤੁਸੀਂ ਜੋ ਅਸੈਸਮੈਂਟ ਕੀਤੀ ਹੈ, ਕਿੰਨਾ ਸਾਡਾ ਨੁਕਸਾਨ ਹੋਇਆ, ਇਸ ਦੀ ਭਰਪਾਈ ਕੀਤੀ ਜਾਵੇ। ਔਰ ਜੋ ਆਲਰੇਡੀ ਫੰਡਸ ਤੁਹਾਨੂੰ ਦਿੱਤੇ ਨੇ, ਕਿੱਥੇ ਤੁਸੀਂ ਐਲੋਕੇਟ ਕੀਤੇ ਆ, ਉਹਦੀਆਂ ਸਾਰੀਆਂ ਰਿਪੋਰਟਾਂ ਸਾਨੂੰ ਪੇਸ਼ ਕੀਤੀਆਂ ਜਾਣ। ਜਿਸ ਵੇਲੇ ਇਸ ਚੀਜ਼ਾਂ ਦੇ ਵਿੱਚ ਅਣਗਹਿਲੀਆਂ ਵਰਤੀਆਂ ਜਾਣਗੀਆਂ, ਉਦੋਂ ਤੇ ਸੈਂਟਰ ਗਵਰਨਮੈਂਟ ਥੋੜਾ ਜਿਹਾ ਆਪਣਾ ਹੱਥ ਟਾਈਟ ਤੇ ਕਰੇਗੀ। ਸਾਡੀ ਕਾਂਗਰਸ ਟਾਈਮ ਤੇ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਜਿਸ ਟਾਈਮ ਵੀ ਕਦੀ ਕਿਸੇ ਚੀਜ਼ ਪਾਰਟਿਕੂਲਰ ਦੀ ਰਿਪੋਰਟ ਮੰਗੀ ਗਈ, ਅਸੀਂ ਉਹਨੂੰ ਸਬਮਿਟ ਕਰਵਾਇਆ। ਕੋਈ ਚੀਜ਼ ਤੇ ਡਿਲੇ ਹੋਏ, ਅਸੀਂ ਉਹਨਾਂ ਨੂੰ ਬਾਰ-ਬਾਰ ਨੋਟੀਫਾਈ ਕੀਤਾ ਕਿ ਸਾਨੂੰ ਇਹ ਚੀਜ਼ ਪ੍ਰੋਵਾਈਡ ਕਰਵਾਈ ਜਾਏ ਜਲਦ ਤੋਂ ਜਲਦ। ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣ ਗਏ, ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ, ਰਹਿਣਾ ਮੁਸ਼ਕਲ ਹੋ ਰਿਹਾ, ਖਾਣਾ ਮੁਸ਼ਕਲ ਹੋ ਰਿਹਾ। ਕਰ ਕੀ ਰਹੀ ਪੰਜਾਬ ਸਰਕਾਰ? ਆਕੜਾਂ ਕਰ ਰਹੀ ਹੈ। ਅਸੀਂ ਸੈਂਟਰ ਗਵਰਨਮੈਂਟ ਕੋਲੋਂ ਪੈਸਾ ਨਹੀਂ ਮੰਗਾਂਗੇ। ਕਿਉਂ ਨਹੀਂ ਮੰਗੋਗੇ? 20,000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ। ਹੁਣ ਵੀ ਤੁਸੀਂ ਭਾਜਪਾ ਸਰਕਾਰ ਦੇ ਅੱਗੇ ਕਹਿ ਰਹੇ ਹੋ ਕਿ ਅਸੀਂ ਪੈਸੇ ਨਹੀਂ ਮੰਗਣੇ। ਤੁਹਾਨੂੰ ਚਾਹੀਦਾ ਸੀਗਾ ਕਿ ਫਟਾਫਟ ਤੇ ਅਸੈਸਮੈਂਟ ਕਰਵਾਉਂਦੇ। 20-25 ਦਿਨ ਤੇ ਇਹਨਾਂ ਦਾ ਫੋਟੋ ਸ਼ੂਟ ਹੀ ਨਹੀਂ ਖਤਮ ਹੋਇਆ। ਇਹਨਾਂ ਨੇ ਕਿਸ਼ਤੀਆਂ ਦੇ ਵਿੱਚ ਜਾ ਕੇ ਝੂਟੇ ਲਏ, ਪਰ ਕੀ ਦੇਖਣ ਨੂੰ ਮਿਲਿਆ? ਵਿਤਕਰਾ, ਈਗੋ ਦੋਨੋਂ ਪਾਸੋਂ। ਇਹਨਾਂ ਵੱਲੋਂ ਵੀ ਤੇ ਉਹਨਾਂ ਵੱਲੋਂ ਵੀ। ਟੀਨਾ ਚੌਧਰੀ, ਇੱਕ ਸਵਾਲ ਦੇਖੋ, ਕੇਂਦਰ ਦੀ ਟੀਮ ਆ ਕੇ ਅੰਦਾਜ਼ਾ ਵੀ ਲਾ ਗਈ ਹੈ, ਰਿਪੋਰਟ ਵੀ ਲੈ ਗਈ ਹੈ। ਉਸ ਰਿਪੋਰਟ ਤੋਂ ਬਾਅਦ ਵੀ ਕੇਂਦਰ ਵੱਲੋਂ ਇੱਕ ਪਹਿਲੀ ਜਿਹੜੀ 218 ਕਰੋੜ ਦੀ ਮਦਦ ਦੀ ਗੱਲ ਹੈ, ਖੇਪ ਆਈ ਜਾਂ ਉਹਦਾ ਜਵਾਬ ਵੀ ਮੰਗਿਆ ਜਾ ਰਿਹਾ ਕਿ ਕਿੱਥੇ ਖਰਚਾ ਕੀਤਾ ਗਿਆ। ਪਰ ਉਸ ਤੋਂ ਬਾਅਦ ਵਿੱਚ ਕੇਂਦਰ ਦੀ ਟੀਮ ਦੀ ਰਿਪੋਰਟ ਤੋਂ ਬਾਅਦ ਉਹ ਕਹਿੰਦੇ ਕੋਈ ਫੁੱਟੀ ਕੌਡੀ ਨਹੀਂ ਪੰਜਾਬ ਨੂੰ ਦਿੱਤੀ ਗਈ ਕੇਂਦਰ ਵੱਲੋਂ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। 218 ਕਰੋੜ ਦੀ ਫਸਟ ਇੰਸਟਾਲਮੈਂਟ ਬੀਜੇਪੀ ਗਵਰਨਮੈਂਟ ਵੱਲੋਂ ਦਿੱਤੀ ਗਈ ਸੀ, ਪਰ ਜਿਸ ਹਿਸਾਬ ਦਾ ਨੁਕਸਾਨ ਹੋਇਆ ਸੀ ਉਹਦਾ ਉਹ 2% ਵੀ ਨਹੀਂ ਸੀਗਾ। ਉਹ ਦੇਣਾ ਚਾਹੀਦਾ ਸੀਗਾ, ਪਰ ਅਸੈਸਮੈਂਟ ਲੇਟ ਹੋਣ ਕਰਕੇ ਜਿੱਥੇ ਗੁਜਰਾਤ ਦੇ ਵਿੱਚ ਸੇਮ ਟਾਈਮ ਤੇ 516 ਕਰੋੜ ਰੁਪਏ ਦਿੱਤਾ ਗਿਆ, ਉਹ ਕਿਉਂ? ਉੱਥੇ ਤੇ ਇੰਨੇ ਹੜ੍ਹਾਂ ਦੇ ਹਾਲਾਤ ਇੰਨੇ ਮਾੜੇ ਨਹੀਂ ਸੀ ਹੋਏ। ਔਰ 222 ਕਰੋੜ ਰੁਪਏ ਹਿਮਾਚਲ ਦਿੱਤਾ ਗਿਆ, ਜਿੱਥੋਂ ਇਹ ਸ਼ੁਰੂਆਤ ਹੋਈ ਹੜ੍ਹਾਂ ਦੇ ਆਉਣ ਦੀ। ਉਸ ਤੋਂ ਬਾਅਦ ਸਾਡੇ ਪਾਰਟੀ ਦੇ ਜਿਹੜੇ ਉੱਥੇ ਦੇ ਚੀਫ ਮਿਨਿਸਟਰ ਨੇ ਕਾਂਗਰਸ ਪਾਰਟੀ ਦੇ, ਉਹਨਾਂ ਨੇ ਨਿਤਿਨ ਗਡਕਰੀ ਜੀ ਨੂੰ ਆਪਣੀ ਪੂਰਾ ਹੈਲੀਕਾਪਟਰ ਦਾ ਦੌਰਾ ਕਰਾਇਆ ਕਿ ਕਿੱਥੇ ਸਾਡਾ ਕਿੰਨਾ ਨੁਕਸਾਨ ਹੋਇਆ। ਇਮੀਡੀਏਟਲੀ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ 2100-2200 ਕਰੋੜ ਜਿਹੜਾ ਹੈਗਾ ਉਹ ਉਹਨਾਂ ਨੂੰ ਰਿਲੀਜ਼ ਕਰਵਾ ਕੇ ਦਿੱਤਾ ਹੈਗਾ। ਹੁਣ ਗੱਲ ਇੱਥੇ ਬਣਦੀ ਹੈ, 216 ਕਰੋੜ ਜਿਹੜਾ ਆਇਆ ਉਹਦੇ ਵਿੱਚੋਂ ਕਿਹਾ ਗਿਆ 33 ਤੋਂ 40 ਕਰੋੜ ਰੁਪਏ ਜਿਹੜਾ ਲੋਕਾਂ 'ਚ ਵੰਡਿਆ ਗਿਆ, ਪਰ ਉਹ 33 ਤੋਂ 40 ਕਰੋੜ ਵੀ ਨਹੀਂ ਲੱਭ ਰਿਹਾ ਕਿਤੇ। ਇਹ ਕਹੋ ਕਿ ਪੈਸਾ ਆਇਆ, ਪਰ ਇਹ ਕਹੋ ਕਿ ਲੱਭ ਨਹੀਂ ਰਿਹਾ ਕਿ ਯੂਟਿਲਾਈਜ਼ ਕਿੱਥੇ ਕੀਤਾ ਗਿਆ।
ਜੀ ਜੀ ਸਾਡੇ ਪੰਜਾਬ ਇੱਥੇ ਡੁੱਬ ਰਿਹਾ ਸੀਗਾ ਤੇ ਪੰਜਾਬ ਦੇ ਮੁੱਖ ਮੰਤਰੀ ਛੱਤੀਸਗੜ੍ਹ 'ਚ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਜਹਾਜ਼ 'ਚ ਝੂਟੇ ਲੈ ਕੇ ਤੇ ਉੱਥੇ ਜਾ ਕੇ ਪਾਰਟੀ ਦਾ ਤੇ ਇਹਦਾ ਪ੍ਰਚਾਰ ਕਰ ਰਹੇ ਸੀਗੇ। ਇਹਨਾਂ ਨੂੰ ਤੇ ਪਰਵਾਹ ਹੀ ਨਹੀਂ ਹੈਗੀ। ਅਗਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਘੱਟੋ ਘੱਟ ਪੰਜਾਬ 'ਚ ਤਾਂ ਰਹਿਣ, ਦੱਸਣ ਤੇ ਸਹੀ ਲੋਕਾਂ ਨੂੰ ਕਿ ਹਾਂਜੀ ਉਹਨਾਂ ਨੂੰ ਪਰਵਾਹ ਹੈਗੀ ਹੈ। ਲੋਕਾਂ ਦਾ ਖਾਣਾ ਪੀਣਾ ਰਹਿਣਾ ਔਖਾ ਹੋ ਰਿਹਾ, ਐਟਲੀਸਟ ਆਪਣੀ ਪ੍ਰੈਜ਼ੈਂਸ ਤਾਂ ਸ਼ੋ ਕਰੋ। ਤੁਸੀਂ ਜਹਾਜ਼ ਦੇ ਵਿੱਚ ਝੂਟੇ ਲੈ ਲੈ ਕੇ ਤੁਸੀਂ ਇਹ ਨਹੀਂ ਦੱਸ ਪਾ ਰਹੇ। ਚਲੋ 216 ਕਰੋੜ ਤੇ ਛੱਡੋ, ਹੁਣ ਇੰਨਾ ਹੀ ਦੱਸ ਦੇਣ ਕਿ ਜਿਹੜਾ 33 ਕਰੋੜ ਰੁਪਏ ਦਿੱਤਾ ਉਹ ਕਿੱਥੇ ਲਾਇਆ। Thank you very much, ਜੀ, ਤੁਹਾਨੂੰ ਲੱਗਦਾ ਕਿ ਬਿਲਕੁਲ ਪਿੰਡਾਂ ਦੇ ਵਿੱਚ, ਇੱਕ ਮਿੰਟ ਜਗਤਾਰ ਜੀ ਸਿਰਫ 15 ਸੈਕਿੰਡ ਲਵਾਂਗੀ, ਕਿ ਜਦੋਂ ਅਗਰ ਜੇ 216 ਕਰੋੜ ਦੀ ਵੀ ਗੱਲ ਕੀਤੀ ਜਾਏ, 33 ਕਰੋੜ ਰੁਪਏ ਜੇ ਉਹਨੂੰ ਡਿਸਟ੍ਰੀਬਿਊਟ ਕਰਨਾ ਹੈ ਪਿੰਡਾਂ ਦੇ ਵਿੱਚ, ਤੇ ਹਰ ਪਿੰਡ ਦੇ ਵਿੱਚ ਕਿੰਨੀ ਯੂਟਿਲਾਈਜੇਸ਼ਨ ਚਾਹੀਦੀ ਆ। ਕਿਸੇ ਨੂੰ 1 ਲੱਖ ਦੇਤਾ, 2 ਲੱਖ ਦੇਤਾ, 2.5 ਲੱਖ ਦੇਤਾ, ਇਹਦੇ ਨਾਲ ਕਿਆ ਰਿਕਵਰ ਹੁੰਦਾ? ਇਹਦੇ ਨਾਲ ਕਿਆ ਮੁਆਵਜ਼ਾ ਕਵਰ ਹੁੰਦੇ ਨੇ? ਇਹ ਤੇ ਕਹਿੰਦੇ ਸੀਗੇ ਕਿ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ, ਅਸੀਂ ਜਿਹੜੀ ਤੁਹਾਡੀ ਜਿਹੜੇ ਪਸ਼ੂ ਮਰੇ ਨੇ ਉਹਨਾਂ ਦਾ ਵੀ ਮੁਆਵਜ਼ਾ ਦੇਵਾਂਗੇ। ਜੀ। ਅੱਜ ਇਹਨਾਂ ਨੇ ਧਰਨਾ ਲਾਇਆ ਕਿਸਾਨਾਂ ਨੇ, ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਸਾਡੇ ਕਿਸਾਨ ਭਰਾ ਉੱਥੇ ਸ਼ਹੀਦ ਹੋ ਗਏ। ਇਹ ਸਰਕਾਰ ਕਰ ਰਹੀ ਕੰਮ, ਇਹਨਾਂ ਤੇ ਐਕਸ਼ਨ ਲੈਣਾ ਤੇ ਬਣਦਾ ਹੈ। ਥੈਂਕ ਯੂ ਵੈਰੀ ਮਚ, ਤੁਹਾਡਾ ਵੀ ਬਣਾ ਗਿਆ। ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ, ਜਿਸ ਮੁੱਦੇ ਨੂੰ ਲੈ ਕੇ ਸਾਰੀ ਚਰਚਾ ਕੇਂਦਰ ਬਿੰਦੂ ਬਣ ਰਹੀ ਹੈ, ਪੰਜੋਰੀ ਸਾਹਿਬ, ਇਸ ਮਾਮਲੇ ਤੇ ਮੈਂ ਇੱਕ ਸਿੱਧਾ ਜਿਹਾ ਸਵਾਲ ਤੁਹਾਡੇ ਤੋਂ, ਸਵਾਲ ਇਹ ਬਣਦਾ ਕਿ ਇੱਕ ਪਾਸੇ ਤਾਂ ਇਹ ਕਿਹਾ ਜਾਏ ਕਿ ਸਰਕਾਰ ਦੀ ਨਲਾਇਕੀ ਹੈ, ਜਵਾਬਦੇਹੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨੂੰ ਕਰ ਲਈਏ, ਚਾਹੇ ਸਹੀ ਢੰਗ ਨਾਲ ਕੇਂਦਰ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ, ਪਰ ਦੂਜੇ ਪਾਸੇ ਜਿਹੜੀ ਪੰਜਾਬ ਦੀ ਹਾਕਮ ਦੇ ਉਹ ਕਹਿੰਦੀ ਹੈ ਕਿ ਲਗਾਤਾਰ ਵਿਤਕਰਾ ਪੰਜਾਬ ਦੇ ਨਾਲ ਕੀਤਾ ਜਾ ਰਿਹਾ ਹੈ। ਚਾਹੇ ਫੰਡਸ ਦੀ ਗੱਲ ਲੈ ਲਈਏ, ਚਾਹੇ ਹੜ੍ਹਾਂ ਦੇ ਵਿੱਚ ਫੰਡਸ ਦੀ ਗੱਲ ਲੈ ਲਈਏ, ਜੇ ਇਸ ਤੋਂ ਪਹਿਲਾਂ ਜੋ ਵੀ ਪੰਜਾਬ ਵਿਧਾਨ ਸਭਾ ਵੱਲੋਂ ਬਿੱਲ ਪਾਸ ਕੀਤੇ ਗਏ ਸੀ ਉਹ ਅਜੇ ਤੱਕ ਗਵਰਨਰ ਦੇ ਆਫਿਸ ਦੇ ਵਿੱਚ ਹੀ ਪਏ ਹੈ, ਨਾ ਇੱਧਰ ਆਏ ਨਾ ਉੱਧਰ ਗਏ ਹੈ। ਜੀ ਪੰਜੋਲੀ ਸਾਹਿਬ। ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ, ਮੈਂ ਨਾਰੰਗ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ। ਮੈਂ ਪਹਿਲਾਂ ਹੀ ਕਿਹਾ ਸੀ ਕਿ ਭਗਵੰਤ ਮਾਨ ਸਾਹਿਬ ਤਾਂ ਮੰਤਰੀ ਨੇ, ਗਵਰਨਰ, ਪੰਜਾਬ ਦੇ ਗਵਰਨਰ ਨੇ, ਜੇ ਕੋਈ ਚਿੱਠੀ ਮੇਰੇ ਵਰਗਾ ਸਧਾਰਨ ਬੰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਲਿਖੇ ਤਾਂ ਚਿੱਠੀ ਦਾ ਜਵਾਬ ਤਾਂ ਮੇਰੇ ਵਰਗੇ ਬੰਦੇ ਦਾ ਵੀ ਦੇਣਾ ਚਾਹੀਦਾ ਬਣਦਾ ਹੈ। ਗਵਰਨਰ ਸਾਹਿਬ ਦਾ ਬਹੁਤ ਵੱਡਾ ਰੁਤਬਾ ਰੱਖਦੇ ਨੇ ਜੀ, ਉਹ ਚਿੱਠੀਆਂ ਲਿਖਦੇ ਨੇ ਮਾਨ ਸਾਹਿਬ ਨੂੰ, ਕੋਈ ਜਾਣਕਾਰੀ ਮੰਗਦੇ ਨੇ, ਦੇਣ ਵਿੱਚ ਕੋਈ ਹਰਜ ਨਹੀਂ ਹੈ। ਇਸ ਗੱਲ ਤੇ ਜਿੱਦ ਨਹੀਂ ਕਰਨੀ ਚਾਹੀਦੀ। ਪਰ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਭਾਵੇਂ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਰਹੀ, ਭਾਵੇਂ ਬੀਜੇਪੀ ਦੀ ਰਹੀ, ਲਗਾਤਾਰ ਪੰਜਾਬ ਨਾਲ ਦੋਨੇ ਸਰਕਾਰਾਂ ਨੇ ਬਹੁਤ ਵੱਡਾ ਧੱਕਾ, ਵਿਤਕਰਾ, ਬੇਇਨਸਾਫੀਆਂ ਕੀਤੀਆਂ ਨੇ। 3 ਜੰਗਾਂ ਹੋਈਆਂ, ਮਤਲਬ ਭਾਰਤ ਦੇ ਏਕਤਾ ਤੇ ਅਖੰਡਤਾ ਨੂੰ ਤੋੜਨ ਲਈ, 1965 ਦੀ, 62 ਦੀ ਤੇ 71 ਦੀ। ਤਿੰਨੇ ਜੰਗਾਂ ਵਿੱਚ ਸਭ ਤੋਂ ਵੱਧ ਸ਼ਹਾਦਤ ਪੰਜਾਬੀਆਂ ਦੀ ਹੋਈ, ਲਹੂ ਸਭ ਤੋਂ ਵੱਧ ਪੰਜਾਬੀਆਂ ਦਾ ਡੁੱਲਿਆ। ਅੱਜ ਪੰਜਾਬ ਉਜੜ ਗਿਆ ਤੇ ਉਜੜਿਆ ਹੋਇਆ ਇੱਕ ਨਵਾਂ ਪੰਜਾਬ ਜਿਹੜਾ ਹੈ ਉਹ ਕੈਨੇਡਾ, ਅਮਰੀਕਾ 'ਚ ਜਾ ਕੇ ਵੱਸ ਗਿਆ। ਨਾ ਦਿੱਲੀ ਨੂੰ ਇਸ ਗੱਲ ਦੀ ਚਿੰਤਾ ਕਿ ਜੇ ਪੰਜਾਬ ਕਮਜ਼ੋਰ ਹੋਏਗਾ ਤਾਂ ਦੇਸ਼ ਵੀ ਕਮਜ਼ੋਰ ਹੋਏਗਾ। ਪਿਛਲੇ 50 ਦਿਨਾਂ ਤੋਂ ਤੁਸੀਂ ਲਗਾਤਾਰ ਰਿਪੋਰਟਾਂ ਦੇਖ ਲਓ, ਹਰ ਰੋਜ਼ 2-2, 3-3 ਬੱਚੇ ਵਿੱਚ ਨਸ਼ੇ ਨਾਲ ਮਰ ਰਹੇ ਨੇ। ਇਹ ਨਸ਼ੇ ਕਿੱਥੋਂ ਆ ਰਹੇ ਨੇ? 20 ਕਿਲੋਮੀਟਰ, 50 ਕਿਲੋਮੀਟਰ ਦਾ ਘੇਰਾ ਜਿਹੜਾ ਦਿੱਲੀ ਸਰਕਾਰ ਦੇ ਅਧੀਨ ਹੈ, ਮਤਲਬ ਬਾਰਡਰ ਦਾ, ਤੇ ਉਹਦੇ ਬਾਵਜੂਦ ਵੀ ਨਸ਼ਾ ਆਈ ਜਾ ਰਿਹਾ, ਵਿਕੀ ਜਾ ਰਿਹਾ। ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਦਰਬਾਰ ਸਾਹਿਬ ਤੇ ਹਮਲਾ ਹੋਇਆ, ਪੰਜਾਬ ਵਿੱਚ ਕਰਫਿਊ ਲੱਗਿਆ, ਫੌਜ ਭੇਜੀ ਤੇ ਕੁੱਟੇ ਵੀ ਸਿੱਖ ਗਏ, ਮਾਰੇ ਵੀ ਸਿੱਖ ਗਏ, ਅਕਾਲ ਤਖਤ ਵੀ ਸਿੱਖਾਂ ਦਾ ਢਿਆ, ਤੇ ਜਿਹੜਾ ਖਰਚਾ ਆ ਉਹ ਵੀ ਪੰਜਾਬ ਦੇ ਸਿਰ ਪਾ ਦਿੱਤਾ ਗਿਆ। ਅੱਜ ਤੱਕ ਕਿਸੇ ਨੇ ਮਾਫ ਕਰਨ ਦਾ ਯਤਨ ਨਹੀਂ ਕੀਤਾ। ਤੇ ਕਾਂਗਰਸ ਤੇ ਬੀਜੇਪੀ ਦੋਨਾਂ ਦੀ ਕੋਈ ਪਾਲਿਸੀ ਹੈ ਕਿ ਮਾਈਨੋਰਿਟੀ ਨੂੰ ਕੁੱਟੋ, ਮੈਜੋਰਿਟੀ ਨੂੰ ਖੁਸ਼ ਕਰੋ ਤੇ ਵੋਟਾਂ ਇਕੱਠੀਆਂ ਕਰਨ ਦਾ ਯਤਨ ਕਰੋ। ਦੋਨਾਂ ਪਾਰਟੀਆਂ ਕੋਲ ਕੋਈ ਠੋਸ ਨੀਤੀ ਨਹੀਂ ਸਟੇਟਾਂ ਨੂੰ ਮਜ਼ਬੂਤ ਕਰਨ ਦੀ, ਕਿ ਸਟੇਟਾਂ ਮਜ਼ਬੂਤ ਹੋਣ, ਦੇਸ਼ ਮਜ਼ਬੂਤ ਹੋਣ ਦਾ ਯਤਨ ਕਰੇ। ਮੈਂ ਫੇਰ ਕਹਿਣਾ ਚਾਹੁੰਦਾ ਕਿ ਗਵਰਨਰ ਸਾਹਿਬ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਚਾਹੀਦਾ, ਪਰ ਜੇ ਕਿਤੇ 92 ਲੋਕਾਂ ਦੀ ਚੁਣੀ ਹੋਈ ਪੰਜਾਬ ਦਿਆਂ ਦੀ ਸਰਕਾਰ ਨੂੰ ਤੋੜਨ ਦਾ ਯਤਨ ਕਰਿਆ, ਨਤੀਜੇ ਬਹੁਤੇ ਚੰਗੇ ਨਹੀਂ ਨਿਕਲਣੇ। ਇਹ ਸਰਕਾਰ ਲਈ ਫਿਰ ਬਹੁਤ ਮੁਸ਼ਕਲ ਹੋ ਜਾਏਗਾ। ਇਦਾਂ ਦਾ ਰਸਤਾ ਅਖਤਿਆਰ ਨਹੀਂ ਕਰਨਾ ਚਾਹੀਦਾ। ਥੈਂਕ ਯੂ ਵੈਰੀ ਮਚ ਡਾਕਟਰ ਬਰਾਗੀ। ਇਸ ਮਾਮਲੇ ਤੇ ਸਵਾਲ ਜਿਹੜਾ ਦੇਖੋ, ਲਗਾਤਾਰ ਆਪ ਵੱਲੋਂ ਭਗਵੰਤ ਮਾਨ ਦੀ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਗਵਰਨਰ ਵੀ ਟਕਰਾ ਦੇ ਰਹਾ। ਹੁਣ ਦੂਜਾ ਮੁੱਦਾ ਇਹ ਹੈ ਕਿ ਗਵਰਨਰ ਦੀਆਂ ਚਿੱਠੀਆਂ ਦਾ ਜਵਾਬ, ਜਿਸ ਤਰ੍ਹਾਂ ਗਵਰਨਰ ਨੇ ਲੈਟਰ ਲੈ ਕੇ, ਦੇਖੋ ਉਹਨਾਂ ਨੇ ਤਾਂ ਜਨਤਕ ਤੌਰ ਤੇ ਆਪਣੀ ਗੱਲ ਜਿਹੜੀ ਕਹਿ ਦਿੱਤੀ, ਉਹਦੇ 'ਚ ਕੋਈ ਲੁਕੋ ਵਾਲੀ ਗੱਲ ਰੱਖੀ ਨਹੀਂ। ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਵੱਲੋਂ ਵੀ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਸਾਡੀ ਸਰਕਾਰ ਦੀ ਬਾਂਹ ਮਰੋੜੀ ਜਾ ਰਹੀ ਹੈ ਗਵਰਨਰ ਦੇ ਰਾਹੀਂ, ਕਿ ਅਸੀਂ ਉਹਨਾਂ ਦੇ ਮੁਤਾਬਕ ਨਹੀਂ ਚੱਲਦੇ। ਉਹ ਕਹਿੰਦੇ ਦੇਖੋ ਅਸੀਂ ਵਿਧਾਨ ਸਭਾ ਦਾ
ਸੈਸ਼ਨ ਕੀਤਾ, ਵਿਸ਼ੇਸ਼ ਸੈਸ਼ਨ, 4 ਬਿੱਲ ਪਾਸ ਕੀਤੇ, ਉਹ ਚਾਰੇ ਦੇ ਚਾਰੇ ਗਵਰਨਰ ਕੋਲੇ ਪਏ ਹੈ। ਇੱਦਾਂ ਜੇ ਕੋਈ ਚਿੱਠੀ ਪੱਤਰ ਕੋਈ ਅਪਾਇੰਟਮੈਂਟ ਹੁੰਦੀ ਹੈ ਜਿਹੜੀ ਗਵਰਨਰ ਨੇ ਕਰਨੀ, ਉਹ ਵਾਪਸ ਭੇਜ ਦਿੰਦੇ ਆ। ਸੋ ਇਹ ਟਕਰਾਅ ਜਿਹੜਾ ਹੈਗਾ ਕਿਤੇ ਲੱਗਦਾ ਫਿਰ ਭਗਵੰਤ ਮਾਨ ਇਕੱਲੇ ਜ਼ਿੰਮੇਵਾਰ ਹੈ ਜਾਂ ਗਵਰਨਰ ਦੀ ਵੀ ਕਿਧਰੇ ਨਾ ਕਿਧਰੇ ਸ਼ਮੂਲੀਅਤ ਹੈ ਇਸ ਮਾਮਲੇ ਦੇ ਵਿੱਚ? ਪਹਿਲ ਦੇ ਲਈ ਕੋਈ ਹੱਲ ਤਾਂ ਲੱਭਿਆ ਨਹੀਂ ਗਿਆ। ਨਹੀਂ ਦੇਖੋ ਸਾਹਿਬ, ਤਕਰਾਰ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਐਜ਼ ਪਰ ਇੰਡੀਅਨ ਕਨਸਟੀਟਿਊਸ਼ਨਸ ਜੀ, ਜਿੱਥੇ ਸੁਪਰੀਮ ਕੋਰਟ ਇੱਕ ਅਪੈਕਸ ਬੋਡੀ ਬੈਠੀ ਹੈ ਟੂ ਡਿਫਾਈਨ ਐਂਡ ਟੂ ਇੰਟਰਪ੍ਰੀਟੇਟ ਦੈਟ ਕਨਸਟੀਟਿਊਸ਼ਨ। ਉੱਥੇ ਟਕਰਾਅ ਨਹੀਂ ਹੋਣਾ ਚਾਹੀਦਾ ਕਿਸੇ ਵੀ ਇੰਸਟੀਟਿਊਸ਼ਨ ਦੇ ਵਿਚਾਲੇ। ਜੇ ਉਹ ਤਕਰਾਰ ਵਾਲੀ ਸਥਿਤੀ ਪੈਦਾ ਹੁੰਦੀ ਹੈ ਤਾਂ ਮੈਂ ਕਹਿੰਦਾ ਇਹ ਇੱਕ ਕਾਈਂਡ ਆਫ ਸਿਗਨਲ ਆਫ ਇਲਿਟਰੇਸੀ ਹੈਗਾ ਵਾ ਵੀ ਯੂ ਆਰ ਨਾਟ ਅੰਡਰਸਟੈਂਡ ਟੂ ਹਾਊ ਆਵਰ ਕਨਸਟੀਟਿਊਸ਼ਨ ਇਜ਼ ਸੇਇੰਗ ਅਬਾਊਟ ਦੈਟ ਪਾਰਟੀਕੂਲਰ ਥਿੰਗ। ਤੇ ਜਿੱਥੋਂ ਤੱਕ ਗੱਲ ਹੈਗੀ ਆ ਪੋਲਿਟਿਕਸ ਦੀ, ਪੋਲੀਟੀਕਲ ਦੀ, ਸਿਰ ਸਾਹਿਬ ਆਪਾਂ ਦੇਖਿਆ ਵਾ ਵੈਸਟ ਬੰਗਾਲ ਦੇ ਵਿੱਚ ਇਦੋਂ ਵੀ ਵੱਧ ਤੋਂ ਬੱਤਰ ਹਾਲਾਤ ਰਹੇ ਆ ਤੇ ਉਸ ਰਾਜਪਾਲ ਨੂੰ ਬੀਜੇਪੀ ਸਰਕਾਰ ਨੇ ਉੱਚ ਅਹੁਦਾ ਦੇ ਕੇ ਨਵਾਜ਼ਿਆ। ਉਹਨਾਂ ਨੂੰ ਬਾਅਦ ਦੇ ਵਿੱਚ ਉਪ ਰਾਸ਼ਟਰਪਤੀ ਦੇਸ਼ ਦਾ ਬਣਾਇਆ ਗਿਆ। ਉੱਥੇ ਮਮਤਾ ਬੈਨਰਜੀ ਨਾਲ ਕਿਸ ਲੈਵਲ ਤੇ ਟਕਰਾਰ ਰਿਹਾ ਵਾ, ਹਲੇ ਉਹ ਚੀਜ਼ਾਂ ਦੇਖਣੀਆਂ ਜਾਂ ਉਸ ਤੇ ਸਟੀਕ ਬੋਲਣਾ ਮੈਨੂੰ ਲੱਗਦਾ ਟਾਈਮ ਲੱਗੂਗਾ। ਪਰ ਜਿੱਥੋਂ ਤੱਕ ਗਵਰਨਰ ਸਾਹਿਬ ਨੇ ਲੈਟਰ ਲਿਖੀ ਆ ਉਹ ਬੜੀ ਐਲੈਬੋਰੇਟ ਲੈਟਰ ਹੈਗੀ ਆ। ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਵਾ ਵੀ ਇਸ ਤੋਂ ਪਹਿਲਾਂ ਵੀ ਮੈਂ ਸਿਫਾਰਿਸ਼ ਕਰਾਂ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਰਾਜ ਲਾਉਣ ਦੀ ਅੰਡਰ ਆਰਟੀਕਲ 356, ਤੁਸੀਂ ਮੇਰੀਆਂ ਪਹਿਲੀਆਂ ਚਿੱਠੀਆਂ ਦਾ ਜਵਾਬ ਦੇਵੋ। ਪਾਰਟੀਕੂਲਰ ਸੀ ਉਹਨਾਂ ਨੇ ਡਰੱਗਸ ਦੇ ਨਾਲ ਰਿਲੇਟਡ ਜਿਹੜਾ ਮੈਟਰ ਆ ਉਹ ਕੋਡ ਕੀਤਾ ਹੋਇਆ। ਮੈਨੂੰ ਲੱਗਦਾ ਚਿੱਠੀਆਂ ਵੀ ਪਬਲਿਕ ਡੋਮੇਨ ਦੇ ਵਿੱਚ ਆ ਜਾਣੀਆਂ ਚਾਹੀਦੀਆਂ ਜਿਹੜੀਆਂ ਗਵਰਨਰ ਸਾਹਿਬ ਕੋਲੇ ਪਹੁੰਚੀਆਂ। ਹਾਲਾਂਕਿ ਉਹ ਪ੍ਰਿਵਿਲੇਜਸ ਦਾ ਕਨਸੈਪਟ ਹੁੰਦਾ ਵਾ ਤਾਂ ਜਦ ਪੰਜਾਬ ਦੀ ਜਨਤਾ ਵੀ ਇੱਕ ਜਸਟੀਫਾਈ ਮੂਡ ਦੇ ਵਿੱਚ ਜਾਂ ਜਸਟੀਫਾਈ ਮੋਡ ਦੇ ਵਿੱਚ ਚਲੀ ਜਾਵੇ। ਤੇ ਜਿੱਥੋਂ ਤੱਕ ਗੱਲ ਹੈਗੀ ਆ, ਮੈਂ ਦੇਖ ਰਿਹਾ ਸੀਗਾ ਲੈਟਰ ਦੀ ਵੀ ਉਹਨਾਂ ਨੇ ਵਿਧਾਨ ਸਭਾ ਦੇ ਫਲੋਰ ਤੇ ਕੁਝ ਕਿਹਾ ਵਾ ਸੀਐਮ ਸਾਹਿਬ ਨੇ, ਤਾਂ ਉਹਦੇ ਰਿਗਾਰਡਿੰਗ ਗਵਰਨਰ ਕੈਨੋਟ ਲਾਂਚ ਐਨੀ FIR। ਉਹਦੇ ਰਿਗਾਰਡਿੰਗ ਗਵਰਨਰ ਸਾਹਿਬ FIR ਦਰਜ ਨਹੀਂ ਕਰਾ ਸਕਦੇ ਕਿਉਂਕਿ ਉਹ ਪ੍ਰਿਵਿਲੇਜ ਦੇ ਵਿੱਚ ਆਉਂਦਾ ਵਾ ਜਿੱਥੋਂ ਲਵ ਲੈਟਰ ਦੀ ਜਾਂ ਜਿਹੜੀ ਆ ਵੀ ਸ਼ਬਦ ਵਿਧਾਨ ਸਭਾ ਫਲੋਰ ਤੇ ਕਹਿ ਗਏ ਆ। ਹਾਂ, ਪਰ ਐਟ ਦੀ ਐਂਡ ਇਹੀ ਆ ਵੀ ਜੇ ਆਪਾਂ ਇੱਕ ਚੰਗਾ ਸ਼ਾਸਨ ਜਦ ਦੇਣਾ ਚਾਹੁੰਦੇ ਆ, ਗੁੱਡ ਗਵਰਨੈਂਸ ਦੇਣੀ ਚਾਹੁੰਦੇ ਆ, ਤਾਂ ਸਾਨੂੰ ਟਕਰਾਅ ਵਾਲੇ ਪਾਸਾ ਛੱਡ ਕੇ, ਕਿਉਂਕਿ ਪੰਜਾਬ ਅੱਜ ਟਕਰਾਅ ਦੇ ਭਾਰ ਸਹਿਣ ਦੇ ਕਾਬਿਲ ਨਹੀਂਗਾ। ਪੰਜਾਬ ਓਨੀ ਸ਼ਮਤਾ ਨਹੀਂ ਰੱਖਦਾ ਵੀ ਉਹ ਦਿੱਲੀ ਨੂੰ ਜਾਂ ਈਵਨ ਹਰਿਆਣੇ ਨੂੰ ਵੀ ਅੱਖਾਂ ਦਿਖਾ ਸਕੇ। ਸਾਡੇ ਤਾਂ ਜੇਬ ਦੇ ਵਿੱਚੋਂ ਚੰਡੀਗੜ੍ਹੋਂ ਉਹਨਾਂ ਨੇ 10 ਏਕੜ ਚੱਕ ਕੇ ਲੈ ਲਏ, ਅਸੀਂ ਤਾਂ ਨਹੀਂ ਕੁਝ ਕਰ ਸਕੇ। ਅੱਜ ਸਾਡਾ ਫਾਈਨੈਂਸ਼ੀਅਲ ਤਾਣਾ ਬਾਣਾ ਵੀ ਉਲਝਿਆ ਪਿਆ ਵਾ, ਸਾਡਾ ਸੋਸ਼ਲ ਤਾਣਾ ਬਾਣਾ ਵੀ ਉਲਝਿਆ ਪਿਆ, ਸਾਡਾ ਯੂਥ ਮਾਈਗ੍ਰੇਟ ਹੋ ਰਿਹਾ ਵਾ। ਪੰਜਾਬ ਦਾ ਜੋ ਅਸਲੀ ਅਸੈਂਟ ਹੈਗਾ ਵਾ ਤੇ ਉੱਪਰ ਮੈਨ ਮੇਡ ਡਿਜ਼ਾਸਟਰਸ ਪੰਜਾਬ ਨੂੰ ਖਾ ਰਹੇ ਆ। ਉਹ ਕਿਸਾਨੀ ਦਾ ਲੱਕ ਟੁੱਟਿਆ ਹੋਇਆ। ਭਗਵੰਤ ਸਿੰਘ ਮਾਨ ਨੂੰ ਚਾਹੀਦਾ ਵੀ ਇਸ ਵੇਲੇ ਇੱਕ ਸਿਆਣਾ ਤੇ ਜਿਵੇਂ ਕਹਿੰਦੇ ਹੁੰਦੇ ਇੱਕ ਤਜਰਬੇਕਾਰ ਪੋਲੀਟੀਸ਼ੀਅਨ ਸੰਗੂ ਉਹਨਾਂ ਦਾ ਹਰੇਕ ਸਟੈਪ ਚਾਹੀਦਾ ਵਾ। ਗਵਰਨਰਸ ਦੀਆਂ ਲੈਟਰਸ ਦੇਣੀਆਂ ਉਹਨਾਂ ਨੇ ਕਿਹੜਾ ਆਪ ਲਿਖਣੀਆਂ ਜਾਂ ਇਹ ਤਾਂ ਆਲਾ ਅਧਿਕਾਰੀਆਂ ਨੇ ਹੀ ਲਿਖਣੀਆਂ। ਉੱਤੇ ਕਹਿ ਦੇ ਸਾਹਿਬਾਨ ਨੂੰ ਵੀ ਤੁਸੀਂ ਇਹਦਾ ਪ੍ਰੋਪਰ ਜਵਾਬ ਦੇਵੋ, ਤੇ ਮੈਨੂੰ ਲੱਗਦਾ ਜਵਾਬ ਵੀ ਪਬਲਿਕ ਹਿੱਤ ਵਿੱਚ ਆਊਗਾ ਗਵਰਨਰ ਦੇ ਇਸ ਦੇ, ਕਿਉਂਕਿ ਗੱਲ ਕਨਸਟੀਟਿਊਸ਼ਨ ਦੀ ਹੋ ਰਹੀ ਆ, ਗੱਲ ਆਰਟੀਕਲਾਂ ਦੀ ਹੋ ਰਹੀ ਆ। ਤੁਸੀਂ ਕਿਸੇ ਫੰਕਸ਼ਨ ਤੇ ਕਿਸੇ ਨੂੰ ਨਾ ਬੁਲਾਓ, ਤੁਸੀਂ ਉਹਨੂੰ ਇਗਨੋਰ ਕਰ ਦਿਓ, ਤੁਸੀਂ ਇਨਸਲਟ ਕਰ ਦਿਓ, ਤੁਸੀਂ ਇਹ ਵੱਖਰੀਆਂ ਗੱਲਾਂ ਹੈਗੀਆਂ। ਪਰ ਸੰਵਿਧਾਨਿਕ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਮੈਨੂੰ ਲੱਗਦਾ ਸਾਰੇ ਐਕਟ ਹੋਣੇ ਚਾਹੀਦੇ ਆ। ਉਹਦੇ ਵਿੱਚ ਲੋਕਾਈ ਦੀ ਭਲਾਈ ਛੁਪੀ ਆ। ਜੀ ਤੁਹਾਡਾ ਵੀ ਪੁਆਇੰਟ ਆ ਗਿਆ। ਨਾਨਕ ਸਾਹਿਬ, ਸੰਖੇਪ ਦੇ ਵਿੱਚ ਇਸ ਮੁੱਦੇ ਤੇ ਦੇਖੋ, ਜਿੱਦਾਂ ਮਹਿਮਾਨਾਂ ਦੀ ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਜਿੱਦਾਂ ਪੰਜੋਲੀ ਜੀ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸਰਹੱਦੀ ਸੂਬਾ ਹੈ। ਵੈਸੇ ਸਾਰੇ ਦੇਸ਼ 'ਚ ਸ਼ਾਂਤੀ ਤੇ ਜਿਹੜੀ ਇਕਸੁਰਤਾ ਉਨੀ ਹੀ ਜ਼ਰੂਰੀ ਹੈ, ਪਰ ਬਾਰਡਰ ਸਟੇਟ ਦੇ ਲਈ ਹੋਰ ਵੀ ਅਹਿਮੀਅਤ ਰੱਖਦੀ ਹੈ। ਜੇ ਇੱਥੇ ਰਾਜਸੀ ਤੌਰ ਤੇ ਉਥਲ ਪੁਥਲ ਹੁੰਦੀ ਹੈ ਤਾਂ ਪੰਜਾਬ ਤੇ ਦੇਸ਼ ਲਈ ਇਹ ਮਹਿੰਗਾ ਹੋ ਸਕਦਾ ਹੈ ਮੁੱਲ ਤਾਰਨਾ ਇਸ ਗੱਲ ਦੇ ਲਈ। ਇਸ ਕਰਕੇ ਇਹਨਾਂ ਸਥਿਤੀਆਂ ਨੂੰ ਟਕਰਾਅ ਦੀ ਨੂੰ ਵਧਾਉਣ ਦੀ ਬਜਾਏ ਹੱਲ ਵੱਲ ਵਧਣਾ ਚਾਹੀਦਾ ਹੈ। ਇਹ ਸਵਾਲ ਵੀ ਆ ਰਿਹਾ ਨਾਰੰਗ ਸਾਹਿਬ। ਸਿੱਧੂ ਸਾਹਿਬ, ਮੈਂ ਤੁਹਾਡੀ ਇਸ ਸਵਾਲ ਦੇ ਨਾਲ ਬਿਲਕੁਲ ਸਹਿਮਤ ਹਾਂ। ਜੋ ਪੰਜੋਲੀ ਜੀ ਨੇ ਕਿਹਾ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਬਾਰਡਰ ਸਟੇਟ ਆ, ਅਸੀਂ ਤਾਂ ਪਹਿਲਾਂ ਹੀ ਬੜੇ ਬਰੂਦ ਦੇ ਢੇਰ ਤੇ ਬੈਠੇ ਆ। ਪਰ ਮੈਨੂੰ ਇੱਕ ਗੱਲ ਦੱਸੋ ਸਿੱਧੂ ਸਾਹਿਬ, ਸਮੱਸਿਆ ਦਾ ਹੱਲ ਕੌਣ ਕਰਾਵੇ? ਜਦ ਮੁੱਖ ਮੰਤਰੀ ਸੁਣਦਾ ਹੀ ਕਿਸੇ ਦੀ ਨਹੀਂ, ਉਹ ਗਵਰਨਰ ਸਾਹਿਬ ਕਿਹਦੇ ਕੋਲ ਜਾਣ? ਗਵਰਨਰ ਸਾਹਿਬ ਨੂੰ ਚਿੱਠੀ ਲਿਖ ਸਕਦੇ ਆ, ਉਹ ਨਹੀਂ ਜਵਾਬ ਦੇਣ ਨੂੰ ਤਿਆਰ। ਤੇ ਗਵਰਨਰ ਸਾਹਿਬ ਨੂੰ ਉਹਦੇ ਕੈਬਨਿਟ ਮੰਤਰੀ ਨੂੰ ਤਾਂ ਕਹਿ ਨਹੀਂ ਸਕਦੇ ਕਿ ਭਾਈ ਤੂੰ ਆ ਕੇ ਇਹਨੂੰ ਮੁੱਖ ਮੰਤਰੀ ਨੂੰ ਸਮਝਾ ਦੇ। ਤਾਂ ਬਟ ਆਬਵੀਅਸ ਜਿਹੜੇ ਗਵਰਨਰ ਸਾਹਿਬ ਆ, ਉਹਨਾਂ ਤੋਂ ਜਿਹੜੇ ਉੱਪਰ ਸੰਵਿਧਾਨਿਕ ਇੰਸਟੀਟਿਊਸ਼ਨ ਆ ਉਹਨੂੰ ਰਿਪੋਰਟ ਕਰਨਗੇ। ਔਰ ਰਿਪੋਰਟ ਕਰਨ ਤੋਂ ਪਹਿਲਾਂ ਵੀ ਉਹ ਬੜਾ ਸਬਰ ਨਾਲ ਚੱਲ ਰਹੇ ਨੇ।
ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਫਿਰ ਇੱਕ ਚਿੱਠੀ ਲਿਖੀ ਆ ਕਿ Okay. ਤੁਸੀਂ ਮੈਨੂੰ ਜਵਾਬ ਦੇ ਦਿਓ ਤਾਂ ਕਿ ਇਹ ਗੱਲ ਖਤਮ ਹੋ ਜਾਏ। ਹੁਣ ਬਾਕੀ ਮੁੱਖ ਮੰਤਰੀ ਸਾਹਿਬ ਦਾ ਵਿਜ਼ਡਮ ਆ, ਉਹ ਜਵਾਬ ਦੇਣਾ ਠੀਕ ਸਮਝਦੇ ਨੇ ਕਿ ਕੁਝ ਹੋਰ ਡੈਰੋਗੇਟਰੀ ਵਰਡ ਕਹਿੰਦੇ ਨੇ, ਪਰ ਮੈਂ Thank you. ਬੂਟਾ ਸਿੰਘ ਜੀ ਦੀ ਦੋ ਗੱਲਾਂ ਦਾ ਜਵਾਬ ਜ਼ਰੂਰ ਦੇਣਾ ਚਾਹੂੰਗਾ। ਦੇਖੋ, ਮਿਸਾਲ ਦੇਣੀ ਬੂਟਾ ਜੀ ਬੜੀ ਆਸਾਨ ਆ ਜੀ। ਧਨਖੜ ਜੀ ਉੱਥੇ ਇਦਾਂ ਕਰਦੇ ਸੀ ਤੇ ਉਪ ਰਾਸ਼ਟਰਪਤੀ ਬਣਾਤਾ। ਤੁਹਾਨੂੰ ਵੈਸਟ ਬੰਗਾਲ ਦੀ ਜ਼ਮੀਨੀ ਸਥਿਤੀਆਂ ਦਾ ਪਤਾ ਨਹੀਂ ਆ, ਇਸ ਲਈ ਆਪਾਂ ਤੁਸੀਂ ਬੀਇੰਗ ਏ ਨਿਊਟਰਲ ਪੈਨਲਿਸਟ ਬੈਠੇ ਹੋ, ਰਾਜਨੀਤਿਕ ਗੱਲ ਨਾ ਕਰੋ। ਔਰ ਮੁੱਖ ਮੰਤਰੀ ਤੇ ਪਰਚਾ ਹੋ ਸਕਦਾ, ਜੇ ਪਰਚਾ ਹੋ ਸਕਦਾ ਤਾਂ ਹੀ ਗਵਰਨਰ ਸਾਹਿਬ ਨੇ ਕਿਹਾ ਵਾ, ਉਹ ਤੁਸੀਂ ਉਹਦੇ ਤੇ ਸਰਟੀਫਿਕੇਟ ਨਾ ਦਿਓ ਕਿ ਵੀ ਹੋ ਹੀ ਨਹੀਂ ਸਕਦਾ। ਜੇ ਉਹ ਗਲਤ ਗੱਲ ਕਰਨਗੇ ਤੇ ਉਹਨਾਂ ਦੇ ਖਿਲਾਫ ਵੀ ਸੰਵਿਧਾਨ ਮੁਤਾਬਕ ਕਾਰਵਾਈ ਹੋਏਗੀ। ਜੀ ਜੀ ਡਾਕਟਰ ਸਾਹਿਬ, ਦੋ ਲਾਈਨਾਂ ਦਾ ਕਮੈਂਟ ਤੁਹਾਡੇ ਕੋਲੋਂ, ਸਮਾਂ ਵੀ ਨਹੀਂ ਆਪਣੇ ਕੋਲੇ। ਡਾਕਟਰ ਬਰਾਗੀ। ਚਲੋ, ਨਾਰੰਗ ਸਾਹਿਬ ਦਾ ਵਿਧਾਨ ਸਭਾ ਮਿਲਣਾ ਦਾ ਜਾ ਵੀ ਆਇਆ ਲਾਸਟ ਨਿਊਰ ਦੇ ਵਿੱਚ। ਨਾਰੰਗ ਸਾਹਿਬ, ਜਿੰਨਾ ਕੁਛ ਹਜੇ ਤੱਕ ਵਿਧਾਨ ਸਭਾ ਦੇ ਵਿੱਚ ਗਾਲੀ ਗਲੋਚ ਹੋਇਆ, ਇੱਕ ਦੂਜੇ ਦਾ ਕਰੈਕਟਰ ਅਸੈਸੀਨੇਟ ਹੋਇਆ, ਸੀਐਮ ਮਾਨ ਵੀ ਉਸੇ ਵਿਧਾਨ ਸਭਾ ਵਿੱਚ ਹੀ ਕੋਈ ਸਟੇਟਮੈਂਟ ਦੇ ਰਹੇ ਆ, ਤਾਂ ਤੁਸੀਂ ਮੈਨੂੰ ਇੱਕ ਵੀ ਇਨਸੀਡੈਂਟ ਕੋਡ ਕਰ ਦਿਓ ਵੀ ਜਿੱਥੇ ਵਿਧਾਨ ਸਭਾ ਦੇ ਵਿੱਚ ਬੋਲੇ ਗਏ ਸ਼ਬਦਾਂ ਦੇ ਆਧਾਰ ਤੇ ਪਰਚਾ ਹੋਇਆ। ਇੱਕ ਵੀ ਇਨਸੀਡੈਂਟ ਤੁਸੀਂ ਦੱਸ ਦਿਓ। ਮੈਂ ਤੁਹਾਨੂੰ ਇਹ ਕਹਿ ਰਿਹਾ ਆਪਣਾ ਵਿਰਾਗੀ ਜੀ, ਜੋ ਵੀ ਕੁਝ ਉਹਨਾਂ ਨੇ ਅੱਜ ਤੱਕ ਡੈਰੋਗੇਟਰੀ ਬੋਲਿਆ, ਇਨਕਲੂਡਿੰਗ ਵਿਧਾਨ ਸਭਾ ਮੈਂ ਸਰ ਤੋਂ ਬਾਅਦ ਨਹੀਂ ਬੋਲਿਆ। ਜਿਹੜਾ ਉਹਨਾਂ ਨੇ ਸਪੈਸੀਫਿਕਲੀ ਨਾਰੰਗ ਸਾਹਿਬ ਉਹਦੇ ਵਿੱਚ, ਸਾਨੂੰ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਦਾ, ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਇਹ ਕਹਿ ਰਹੇ ਆ ਕਿ ਜੇ ਉਹਨਾਂ ਦੇ ਕਿਹਾ, ਜੇ ਗਵਰਨਰ ਸਾਹਿਬ ਨੂੰ ਠੀਕ ਲੱਗੇਗਾ ਤਾਂ ਉਹਨਾਂ ਦੇ ਖਿਲਾਫ ਦਰਖਾਸਤ ਵੀ ਦੇਣਗੇ ਤੇ ਜੇ ਬਣਦੀ ਹੋਊਗੀ ਕਾਰਵਾਈ ਵੀ ਹੋਊਗੀ। ਸਰਟੀਫਿਕੇਟ ਦੀ ਮੇਰੀ ਦੀ ਕੋਈ ਵੈਲਿਊ ਵੀ ਹੈ ਨਹੀਂ ਜੀ, ਚਾਹੇ ਮੈਂ ਤੁਹਾਨੂੰ ਦੇ ਵੀ ਦਵਾਂ ਵੀ ਜਾ ਕੇ ਗਵਰਨਰ ਸਾਹਿਬ ਨੂੰ ਦੇ ਦਿਓ, ਤੇ ਬਾਕੀ ਤੁਹਾਡੇ ਵੀ ਸਰਟੀਫਿਕੇਟ ਦੀ ਕੋਈ ਕਦਰ ਜਾਂ ਵੈਲਿਊ ਨਹੀਂ ਗੀ। ਐਜ਼ ਪਰ ਸੰਵਿਧਾਨ ਜਾਂ ਲਾ ਹੀ ਹੋਣਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਪੁੱਛੀ ਆ, ਉਹਨਾਂ ਨੇ, ਕਿਉਂਕਿ ਮੇਰੀ ਗੱਲ ਸੁਣੋ, ਹੁਣ ਮੈਂ ਤੁਹਾਨੂੰ ਰੋਕਿਆ ਨਹੀਂ, ਗੱਲ ਸੁਣੋ ਮੇਰੀ। ਨਾਰੰਗ ਸਾਹਿਬ, ਗੱਲ ਸੁਣੋ ਮੇਰੀ ਤੁਸੀਂ। ਮਹਾਰਾਜ ਗੱਲ ਤਾਂ ਸੁਣੋ। ਮੈਨੂੰ ਲੱਗਦਾ ਤੁਸੀਂ ਸੁਣਨ ਦੇ ਮੂਡ 'ਚ ਨਹੀਂ। ਸੁਣ ਤਾਂ ਲਓ ਸਰ। ਮੈਂ ਜਾਂ ਤੁਸੀਂ ਗਵਰਨਰ ਸਾਹਿਬ ਦੀ ਲੈਟਰ ਨਹੀਂ ਪੜ੍ਹੀ, ਤੁਸੀਂ ਐਵੇਂ ਟਾਈਮ ਜਾਇਆ ਗਵਾ ਰਹੇ ਆ, ਖਰਾਬ ਕਰ ਰਹੇ ਹੋ। ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ, ਲੈਟਰ ਦੇ ਵਿੱਚ ਕਲੀਅਰਲੀ ਲਿਖਿਆ ਵਾ ਵੀ ਉਹਨਾਂ ਨੇ ਸਪੀਕਰ ਸਾਹਿਬ ਵੱਲੋਂ ਨੂੰ ਕਿਹਾ ਵੀ ਆਹ ਲਵ ਲੈਟਰ ਆ, ਵੀ ਆਹ ਲਵ ਲੈਟਰ ਆ, ਸਪੀਕਰ ਸਾਹਿਬ ਵੱਲੋਂ ਨੂੰ ਕਰਕੇ ਕਿਹਾ ਇਸ਼ਾਰਾ, ਇਹ ਲੈਟਰ ਦੇ ਵਿੱਚ ਲਿਖਿਆ। ਉਸ ਦੇ ਮੁਤਲਕ ਕੋਈ ਕਾਰਵਾਈ ਨਹੀਂ ਹੋ ਸਕਦੀ। ਹਾਂ, ਬਾਹਰ ਬਿਯੋਂਡ ਦਾ ਡੋਮੇਨ ਆਫ ਵਿਧਾਨ ਸਭਾ ਕੋਈ ਵੀ ਕਿਸੇ ਤੇ ਕੋਈ ਆਪੱਤੀਜਨਕ ਸ਼ਬਦ ਵਰਤਦਾ ਵਾ, ਤੁਸੀਂ ਵੀ ਕਰਵਾ ਸਕਦੇ ਆ। ਚਲੋ, ਦੋਨੋਂ ਦਾ ਵਿਊ ਪੁਆਇੰਟ ਆ ਗਿਆ ਤੁਹਾਡਾ। ਜੀ ਜੀ ਪੰਜੋਲੀ ਸਾਹਿਬ, ਦੋਨੋਂ ਦਾ ਵਿਊ ਪੁਆਇੰਟ ਆ ਗਿਆ। ਪੰਜੋਲੀ ਸਾਹਿਬ, ਦੋ ਲਾਈਨਾਂ, ਕਿਉਂਕਿ ਸਮਾਂ ਬੜੀ ਮਜਬੂਰੀ ਆ ਆਪਣੀ। ਪੰਜੋਲੀ ਸਾਹਿਬ। ਨਾਰੰਗ ਸਾਹਿਬ, ਮੇਰੀ ਇੱਕ ਬੇਨਤੀ ਹੈ। ਕਾਂਗਰਸ ਦੀਆਂ ਸਰਕਾਰਾਂ ਨੇ ਬੜੇ ਪੰਜਾਬੀਆਂ ਤੇ ਮੁਕੱਦਮੇ ਦਰਜ ਕਰੇ, ਪੰਜਾਬ ਨੂੰ ਅੱਗ ਲਾਈ, ਉਸੇ ਅੱਗ ਦੇ ਵਿੱਚ ਉਹ ਆਪ ਵੀ ਝੁਲਸੇ ਗਏ। ਤੇ ਮੇਰੀ ਬਾਈ ਰਿਕੁਐਸਟ ਹੈ, ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇਣ ਦਾ ਯਤਨ ਨਹੀਂ ਕਰਨਾ ਚਾਹੀਦਾ। ਇਹ ਠੀਕ ਹੈ ਤੁਹਾਡੀ ਰਾਏ ਕਿ ਮੁੱਖ ਮੰਤਰੀ ਸਾਹਿਬ ਨੂੰ ਚੰਗੀ ਭਾਸ਼ਾ ਵਰਤਣੀ ਚਾਹੀਦੀ ਹੈ, ਜਵਾਬ ਦੇਣਾ ਚਾਹੀਦਾ, ਪਰ ਜੇ ਤੁਸੀਂ ਮੁੱਖ ਮੰਤਰੀ ਦੇ ਪਰਚੇ ਦਰਜ ਕਰ ਧਮਕੀਆਂ ਦਓਗੇ ਫਿਰ ਪੰਜਾਬ ਦੇ ਹਾਲਾਤ ਬਹੁਤ ਚੰਗੇ ਨਹੀਂ ਰਹਿਣੇ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਟੀਨਾ ਚੌਧਰੀ, ਦੋ ਲਾਈਨਾਂ, ਕਿਉਂਕਿ ਕਾਂਗਰਸ ਬਾਰੇ ਕਮੈਂਟ ਕੀਤਾ ਗਿਆ ਹੈ, ਮੈਂ ਤੁਹਾਡੇ ਕਮੈਂਟ ਚਾਹੁੰਦਾ। ਟੀਨਾ ਚੌਧਰੀ ਜੀ, ਲਾਸਟ ਕਮੈਂਟ। ਕਾਂਗਰਸ ਨੇ ਹਮੇਸ਼ਾ ਹੀ ਕਨਸਟੀਟਿਊਸ਼ਨ ਦੀ ਲਾਜ ਰੱਖਦੇ ਹੋਏ, ਕਨਸਟੀਟਿਊਸ਼ਨ ਨੂੰ ਫੋਲੋ ਕਰਦੇ ਹੋਏ ਹਮੇਸ਼ਾ ਕੰਮ ਕੀਤਾ। ਨਾ ਹੀ ਕਾਂਗਰਸ ਨੇ ਕਦੀ ਕਿਸੇ ਤੇ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਹੋਇਆ ਵੀ, ਜੇ ਕਿਤੇ ਸੰਵਿਧਾਨਕ ਤੌਰ ਤੇ ਕੀਤਾ, ਵੇਟ ਕਰੋ, ਆ ਰਿਹਾ ਜਵਾਬ ਉਹਦਾ ਵੀ ਜਵਾਬ ਨਹੀਂ। ਇੱਕ ਮਿੰਟ, ਹਜ਼ਾਰਾਂ ਬੰਦੇ ਦਰਬਾਰ ਸਾਹਿਬ ਦੇ ਨਹੀਂ, ਤੁਸੀਂ ਕਿੰਨੀ ਦੇਰ ਦਿੱਲੀ ਦੇ ਬਾਜ਼ਾਰਾਂ ਵਿੱਚ ਸਿੱਖ ਮਾਰ ਤੇ ਹਲੇ ਨਹੀਂ, ਉਹਦੇ ਨਾਲ ਸਾਡੇ ਨਹੀਂ ਹਜੇ ਕਾਂਗਰਸ ਨੇ ਕੋਈ ਕਾਨੂੰਨ ਹੱਥਾਂ 'ਚ ਨਹੀਂ ਲਿਆ। ਨਹੀਂ, ਉਹਦੇ ਵਿੱਚ ਸਾਡੇ ਦੇਸ਼ ਦੇ ਜਵਾਨ ਨਹੀਂ ਸ਼ਹੀਦ ਹੋਏ। ਤੁਸੀਂ ਉਹਦੇ ਵਿੱਚ ਸਾਡੇ ਦੇਸ਼ ਦੇ ਜਵਾਨ ਨਹੀਂ ਸ਼ਹੀਦ ਹੋਏ, ਕੱਲੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਇਹ ਰਸਤਾ ਤੁਸੀਂ ਕਿਉਂ ਅਖਤਿਆਰ ਕੀਤਾ? ਨਹੀਂ, ਦੱਸੋ ਨਾ, ਉਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸ਼ਹੀਦ ਹੋਏ। ਦੱਸੋ ਨਾ, ਸਾਡੇ ਨਹੀਂ, ਤੁਸੀਂ ਦੱਸੋ ਕਿਹੜਾ ਡੈਮੋਕ੍ਰੈਟਿਕ, ਤੁਸੀਂ ਚਾਹੁੰਦੇ ਸੀ? ਤੁਸੀਂ ਇੱਥੇ ਨਹੀਂ ਸਰ, ਮੇਰੀ ਗੱਲ ਕੰਪਲੀਟ ਨਹੀਂ ਹੋਈ, ਇਹਨਾਂ ਨੇ ਬਹੁਤ ਇੰਟਰਫੇਅਰ ਕੀਤਾ। ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣਾ ਤਿਆਗ ਦੇ ਦਿੱਤਾ, ਸਾਡੇ ਦੇਸ਼ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਤਿਆਗ ਦੇ ਦਿੱਤਾ। ਇਸ ਪਿੱਛੇ ਸਾਰੇ ਸ਼ਹੀਦ ਹੋਏ, ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਸਾਡੇ ਵਿੱਚ ਮੇਰੀ ਬੇਨਤੀ ਹੈ, ਨਹੀਂ, ਉਹਦੇ ਲਈ ਸ਼ਹਾਦਤਾਂ ਤੇ ਦੇਤੀਆਂ, ਕਾਂਗਰਸ ਨੇ ਤੇ ਸਹਿ ਲਿਆ ਧਮਕੀਆਂ ਦਾ। ਤੇ ਫਿਰ ਕਿਆ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਨੇ? ਆਪਣੇ ਕੋਲ ਸਮੇਂ ਦੀ ਮਜਬੂਰੀ ਹੈ। ਧਮਕੀ ਕੌਣ ਦੇ ਰਿਹਾ? ਤੁਹਾਨੂੰ ਹਰ ਗੱਲ ਧਮਕੀ ਕੋ ਲੱਗਦੀ ਹੈ? ਤੁਹਾਨੂੰ ਹਰ ਗੱਲ ਪਾਸੇ ਕਲੇਸ਼ ਟੀਨਾ ਚੌਧਰੀ ਆਪਣੀ ਗੱਲ ਮੁਕੰਮਲ ਕਰੋ, ਆਪਾਂ ਬਹਿਸ ਸਮੇਟਣ ਲੱਗੇ ਹਾਂ। ਟੀਨਾ ਚੌਧਰੀ ਆਪਣੀ ਗੱਲ ਮੁਕੰਮਲ ਕਰੋ ਪਲੀਜ਼।
ਓਕੇ ਉਦੋਂ ਸ਼ਹਾਦਤਾਂ ਦਿੱਤੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਅਸੀਂ Okay, thank you very ਪੰਜਾਬੀ ਕਿਹੜੇ ਹੁੰਦੇ ਆ? ਅਸੀਂ ਵੀ ਪੰਜਾਬੀ ਹਾਂ, ਮੈਂ ਖੁਦ ਓਕੇ ਥੈਂਕ ਯੂ, ਪੰਜਾਬੀ ਤੁਹਾਡੀ ਹਾਂ। ਗੱਲ ਆ ਗਈ। ਜਿਨ੍ਹਾਂ ਦੇ ਸਿਰ ਤੇ ਪੱਗ ਆ, ਸਿਰਫ ਉਹੀ ਪੰਜਾਬੀ ਨੇ, ਅਸੀਂ ਪੰਜਾਬੀ ਓਕੇ ਨਹੀਂ ਓਕੇ ਬਿਲਕੁਲ ਥੈਂਕ ਯੂ ਵੈਰੀ ਮਚ, ਤੁਹਾਡੇ ਦੋਨਾਂ ਦੇ ਵਿਊ ਆ ਗਏ। ਨਾਰੰਗ ਸਾਹਿਬ ਤੁਸੀਂ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ, ਪੰਜਾਬ ਨਾਲ ਗਦਾਰੀ ਕਰੀ ਆ। ਕੋਈ ਪੰਜਾਬ ਨਾਲ ਵਿਸ਼ਵਾਸਘਾਤ ਨਹੀਂ ਕੀਤਾ। ਕਾਂਗਰਸ ਕਦੇ ਨਹੀਂ ਖੜੀ, ਜੇ ਤੁਹਾਨੂੰ ਪੰਜਾਬ ਦੇ ਤੁਸੀਂ ਬੀਜੇਪੀ ਕਦੇ ਨਹੀਂ ਖੜੀ, ਪੰਜਾਬ ਦੇ ਹਿੱਤ ਅੱਛਾ। ਜੇ ਕੋਈ ਖੜਾ ਚਲੋ ਆਪਣੀ ਮਜਬੂਰੀ ਆ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮਾਸਟਰ ਤਾਰਾ ਸਿੰਘ ਤੇ ਜਵਾਹਰ ਲਾਲ ਨਹਿਰੂ ਦੇ ਵਿੱਚ ਜਿਹੜਾ ਐਕਟ ਬਣਾਇਆ you. ਗਿਆ ਸੀ, ਕਿੰਨੇ ਬਣਾਇਆ ਸੀ? ਕਾਂਗਰਸ ਨੇ ਬਣਾਇਆ ਸੀ ਜਾਂ ਤੁਹਾਡੇ ਅਕਾਲੀ ਦਲ ਜਾਂ ਐਸਜੀਪੀਸੀ ਨੇ ਬਣਾਇਆ ਸੀ? ਕਿੰਨੇ ਬਣਾਇਆ ਸੀ? ਇਹ ਉਸੇ ਕਾਂਗਰਸ ਨੇ ਅਕਾਲ ਤਖਤ ਆਇਆ, ਉਸੇ ਕਾਂਗਰਸ ਨੇ ਦਰਬਾਰ ਸਾਹਿਬ ਨੂੰ ਗੋਲੀਆਂ ਮਾਰੀਆਂ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਮੰਤਰੀ ਚੌਧਰੀ ਜੀ, ਮੋਰੀ ਸਾਹਿਬ, ਉਸੇ ਕਾਂਗਰਸ ਨੇ ਨਾਰੰਗ ਜੀ, ਉਸੇ ਡਾਕਟਰ ਸਾਹਿਬ। ਕਾਂਗਰਸ ਨੇ ਦੇਸ਼ ਦਾ ਹੀਰਾ ਨਹੀਂ ਖੋਇਆ। ਥੈਂਕ ਯੂ ਵੈਰੀ ਮਚ, ਉਸੇ ਥੈਂਕ ਯੂ ਵੈਰੀ ਕਾਂਗਰਸ ਮਚ। ਨੇ ਕਿੰਨੀ ਕੁ ਵਾਰੀ ਉਸ ਬਾਰੇ ਗੱਲਾਂ ਕਰੀ ਜਾਵਾਂਗੇ ਅਸੀਂ? ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਹਾਡਾ ਵਿਊ ਆ ਗਿਆ। ਕਿਆ ਪੰਜਾਬ 'ਚ ਕਾਂਗਰਸ ਨਹੀਂ ਆਈ? ਦੇਸ਼ ਤੋੜਨ ਨੂੰ 84 ਤੋਂ ਬਾਅਦ 84 ਤੋਂ ਬਾਅਦ ਪੰਜਾਬ 'ਚ ਕਾਂਗਰਸ ਨਹੀਂ ਆਈ? ਕਿਉਂ ਲੈਂਦੀ ਲੋਕਾਂ ਨੇ ਕਾਂਗਰਸ? ਦੱਸੋ ਤੁਸੀਂ ਉਹ ਤਾਂ ਕਿਉਂ ਥੈਂਕ ਲੈਂਦੀ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਧੰਨਵਾਦ ਤੁਹਾਡਾ, ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਪੰਜਾਬ ਦਾ ਮੁੱਦਾ ਬਹੁਤ ਵੱਡਾ ਹੈ। ਪੰਜਾਬ ਦੇ ਰਾਜਪਾਲ ਵੱਲੋਂ ਪੱਤਰ ਲਿਖਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ, ਇੱਕ ਵੱਡਾ ਸੰਕੇਤ ਹੈ। ਜੇ ਸਹਿਮਤੀ ਨਾ ਬਣੀ ਤਾਂ ਪੰਜਾਬ ਵੱਡੇ ਸੰਵਿਧਾਨਕ ਸੰਕਟ ਵੱਲ ਵੱਧ ਰਿਹਾ ਹੈ। ਸਪਸ਼ਟ ਸੁਨੇਹਾ ਹੈ, ਕਿਧਰੇ ਰਾਸ਼ਟਰਪਤੀ ਰਾਜ ਦਾ ਵੀ ਲੁਕਵੇਂ ਰੂਪ ਦੇ ਵਿੱਚ ਇੱਕ ਸੁਨੇਹਾ ਜਾਂ ਇਸ਼ਾਰਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਇਹਨਾਂ ਮੁੱਦਿਆਂ ਤੇ ਨਜ਼ਰ ਬਣੀ ਰਹੇਗੀ। ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਜਿਹੜੇ ਬਹੁਤ ਥੋੜ੍ਹੇ ਜਿਹੇ ਸਮੇਂ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਪੈਨਲ ਤੇ ਸਾਡੇ ਨਾਲ ਜੁੜੇ। ਇਸੇ ਤਰੀਕੇ ਨਾਲ ਅਸੀਂ ਦਰਸ਼ਕਾਂ ਤੋਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।